जो सज्जन मंडिया डेई सिस उतारो। नैन महिंजे तरस दे कद पसी दीदारो। होवाया दूरों चल के मैं थकी तो सरनाए जियो। मैं आशा रखी चित में मेरा सब दुख गवाए जियो। ज्यों बुलावे त्यों बोले स्वामी कुदरत कवन हमारी। साध संग नानक जस गायो। जो प्रभ की आत प्यारी सुको टल गुर सेवी अनस सहज सुभाए। दर्शन परसै गुरु के जन्म मरण दुख जाय। होवै सिफत खसंबंधी नूर अरसों कुरसों छटिया। तुद डिठे सच्चे पातशाह मल जन्म जन्म दे खटिया। तुद डिठे सच्चे पातशाह मल जन्म जन्म दे खटिया। सतनाम श्री वाहिगुरु साहिब जीओ। जेह मुख भेद गायत्री निकसा सो क्यों ब्राह्मण बिसर करै। जाकै पाए जगत सब लागै सो क्यों पंडित हर ना कहै। जे मुख भेद गायत्री निकसै सो क्यों ब्राह्मण बिसर करै। वाहिगुरु जी का खालसा वाहिगुरु जी की फतेह। जुगो जुग अटल पतत पावन भगत वछल सतगुरु गरीब नवाज। गुरु ग्रंथ साहिब महाराज साहब जियां दी पवित्र हजूरी का आनंद माण रही गुरु की संगत। सतगुरु कृपा करके अमृत वेले तो दर्शनां दी दात बख्शिश कर रहे ने। सतगुरां दे सोहने सुंदर दीवान सजे होए आप संगतां ने बैठ के गुरबाणी दे कीर्तन दियां दातां दे आनंद प्राप्त कीते हन। इस वेले सतगुरु कृपा करदियां गुरबाणी दी जो कथा भगतां दी रसना तो महाराज बचन बख्शिश करदे वो सरवण करन वास्ते आपां गुरु दरबार विच आए हां। आओ मन दे ध्यान नूं टकाईए भावना नाल अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। जह मुख भेद गायत्री निकसा। गुरु ग्रंथ साहिब महाराज साहब जियां दे विच गुरमुखो 15 भगतां दी बाणी महाराज ने लिखी है।
ਜਿਹੜੇ ਭਗਤ ਪ੍ਰਵਾਨ ਹੋਏ ਨਾ ਬੰਦਗੀ ਕਰਕੇ, ਜਿਨ੍ਹਾਂ ਦਾ ਸਿਧਾਂਤ ਮਿਲਿਆ ਨਾ ਗੁਰੂ ਘਰ ਦੇ ਨਾਲ, ਉਹਨਾਂ ਦੀ ਬਾਣੀ, ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਲਿਖੇ ਗਏ। ਉਹਨਾਂ 15 ਭਗਤਾਂ ਦੇ ਵਿੱਚੋਂ ਇੱਕ ਭਗਤ ਨੇ ਕਬੀਰ ਸਾਹਿਬ, ਕਾਂਸ਼ੀ ਦੇ ਰਹਿਣ ਵਾਲੇ ਸਨ। ਉਹਨਾਂ ਦੀ ਬਾਣੀ ਸਭ ਤੋਂ ਵੱਧ ਭਗਤਾਂ ਦੇ ਵਿੱਚੋਂ ਦਰਜ ਹੋਈ ਹੈ। 15 ਭਗਤਾਂ ਤੋਂ ਸਭ ਤੋਂ ਵੱਧ ਜਿਹੜੇ ਸ਼ਬਦ ਨੇ ਕਬੀਰ ਸਾਹਿਬ ਦੇ ਦਰਜ ਹੋਏ। ਜਦੋਂ ਕਬੀਰ ਸਾਹਿਬ ਜੀ ਕਾਂਸ਼ੀਪੁਰੀ ਵਿੱਚ ਬੈਠੇ ਸਨ ਤੇ ਕਹਿਣ ਲੱਗੇ ਵੀ ਇੱਥੇ ਇੱਕ ਜਾਤੀ ਦਾ ਹੰਕਾਰੀ ਬ੍ਰਾਹਮਣ ਆ ਕੇ ਗਾਇਤਰੀ ਮੰਤਰ ਇਤਿਆਦਿਕ ਪਾਠ ਲੋਕਾਂ ਨੂੰ ਸੁਣਾ ਕੇ ਕਰਮ ਕਿਰਿਆ ਵੱਲ ਜੋੜਦਾ ਪਿਆ। ਕਬੀਰ ਸਾਹਿਬ ਨੇ ਕੀ ਵੇਖਿਆ ਵੀ ਇੱਕ ਬ੍ਰਾਹਮਣ ਜਿਹੜਾ ਹੈ ਨਾ, ਉਸ ਨੂੰ ਆਪਣੀ ਜਾਤ ਦਾ ਬੜਾ ਹੰਕਾਰ ਹੈ ਕਿ ਮੈਂ ਬ੍ਰਾਹਮਣ ਹਾਂ, ਮੈਂ ਬਰਮਾ ਦੇ ਮੂੰਹ ਵਿੱਚੋਂ ਨਿਕਲਿਆ ਹਾਂ। ਕਰਮਕਾਂਡ ਦੱਸਦਾ ਪਿਆ ਲੋਕਾਂ ਨੂੰ, ਇਹ ਕਰਮ ਕਰੋਗੇ ਇਹ ਫਲ ਮਿਲੇਗਾ, ਇਹ ਕਰਮ ਕਰੋਗੇ ਇਹ ਫਲ ਮਿਲੇਗਾ। ਕਬੀਰ ਸਾਹਿਬ ਜੀ ਨੇ ਵੇਖਿਆ ਵੀ ਇਹ ਕਰਮਕਾਂਡ ਦੱਸ ਕੇ ਲੋਕਾਂ ਨੂੰ ਉਲਝਾਉਂਦਾ ਪਿਆ ਔਰ ਲੋਕਾਂ ਕੋਲੋਂ ਦਛਨਾ ਲੈਂਦਾ ਪਿਆ। ਫਲਾਣੇ ਕਰਮ ਦਾ ਤੈਨੂੰ ਉਪਾਅ ਦੱਸਿਆ, ਲਿਆ ਇੰਨੀ ਦਛਨਾ ਦੇ, ਆਪਣਾ ਪੇਟ ਭਰਦਾ ਪਿਆ। ਕਬੀਰ ਸਾਹਿਬ ਜੀ ਉਸ ਦਾ ਪਖੰਡ ਵੇਖ ਕੇ ਉਸ ਚੁੰਚ ਗਿਆਨੀ ਨੂੰ ਉਪਦੇਸ਼ ਦਿੰਦੇ ਪੈ, ਰਹਾਉ ਦੀਆਂ ਪੰਕਤੀਆਂ ਬਖਸ਼ਿਸ਼ ਕਰਨਗੇ। ਉਸ ਪੰਡਤ ਨੂੰ, ਵਿਦਵਾਨ ਨੂੰ ਉਪਦੇਸ਼ ਦਿੰਦੇ ਹਨ। ਕਾਹੇ ਮੇਰੇ ਬਾਮਣ ਗੁਰ ਨਾ ਕਹੈ, ਹਰ ਨਾ ਕਹਿ। ਉਸ ਵੇਲੇ ਕਹਿੰਦੇ ਪੈ, ਕਹਿਣ ਲੱਗੇ ਹੇ ਮੇਰੇ ਬ੍ਰਾਹਮਣ, ਦੂਜਿਆਂ ਨੂੰ ਉਪਦੇਸ਼ ਦਿੰਦਾ ਪਿਆ। ਗਾਇਤਰੀ ਇਹ ਕਹਿੰਦੀ ਹੈ, ਵੇਦ ਇਹ ਕਹਿੰਦਾ, ਸ਼ਾਸਤਰ ਇਹ ਕਹਿੰਦਾ ਹੈ, ਦੂਜਿਆਂ ਨੂੰ ਦੱਸਦਾ ਪਿਆ। ਰਹਾਉ ਦੀ ਪੰਕਤੀ ਹੈ, ਕਹਿਣ ਲੱਗੇ ਹੇ ਬ੍ਰਾਹਮਣ, ਤੂੰ ਆਪ ਕਿਉਂ ਨਹੀਂ ਰਾਮ ਕਹਿੰਦਾ, ਆਪ ਵੀ ਤੇ ਜਪਣਾ, ਦੂਜਿਆਂ ਨੂੰ ਦੱਸਦਾ ਪਿਆ। ਕਾਹੇ ਮੇਰੇ ਬਾਮਣ ਹਰ ਨਾ ਕਹਿ, ਹਰੀ ਹਰ ਜੋ ਪਰਮੇਸ਼ਰ ਹੈ ਉਹਦੇ ਨਾਮ ਨੂੰ ਕਿਉਂ ਨਹੀਂ ਤੂੰ ਕਹਿੰਦਾ ਹੈ, ਤੂੰ ਆਪ ਵੀ ਜਪ, ਦੂਜਿਆਂ ਨੂੰ ਕਰਮਕਾਂਡ ਵਿੱਚ ਪਾਉਂਦਾ ਪਿਆ। ਫਿਰ ਫਰਮਾਉਂਦੇ ਹਨ, ਕਾਹੇ ਮੇਰੇ ਬਾਮਣ ਹਰ ਨਾ ਕਹੈ। ਉਸ ਵੇਲੇ ਬਚਨ ਕਰਦੇ, ਹੇ ਬ੍ਰਾਹਮਣ, ਤੂੰ ਆਪ ਕਿਸ ਵਾਸਤੇ ਨਹੀਂ ਕਹਿੰਦਾ, ਦੂਜਿਆਂ ਨੂੰ ਕਹਿੰਦਾ ਵੀ ਇੰਨੀ ਵਾਰੀ ਰਾਮ ਰਾਮ ਕਵੇਂਗਾ ਤੇ ਇਹ ਤੇਰਾ ਕੰਮ ਬਣ ਜਾਏਗਾ। ਇੰਨੀ ਵਾਰੀ ਰਾਮ ਰਾਮ ਹਰੇ ਹਰੇ ਕ੍ਰਿਸ਼ਨ ਕ੍ਰਿਸ਼ਨ ਕਵੇਂਗਾ ਤੇ ਇਹ ਤੇਰਾ ਉਪਾਅ ਹੋ ਜਾਏਗਾ, ਪਰ ਤੂੰ ਆਪ ਕਿਉਂ ਨਹੀਂ ਕਹਿੰਦਾ। ਆਪ ਵੀ ਤੇ ਕਹਿ ਨਾ, ਆਪ ਦੂਜਿਆਂ ਨੂੰ ਕਰਮਕਾਂਡ ਵਿੱਚ ਪਾ ਕੇ ਦਛਨਾ ਲੈ ਰਿਹਾ ਵੀ ਲਿਆ ਇੰਨੀ ਦਛਨਾ ਰੱਖ, ਤੇਰਾ ਉਪਾਅ ਤਾਂ ਕਰਾਂਗਾ। ਕਹਿਣ ਲੱਗੇ ਆਪ ਕਿਉਂ ਨਹੀਂ ਕਹਿੰਦਾ ਹੈ, ਦੂਜਿਆਂ ਨੂੰ ਦੱਸਦਾ ਪਿਆ ਹੈ। ਰਾਮ ਨਾ ਬੋਲੈ ਪਾਂਡੇ ਦੋਜਕ ਭਰੈ। ਇਹ ਪਾਂਡੇ, ਤੂੰ ਆਪਣੇ ਮੂੰਹ ਇਹ ਨਹੀਂ ਕਹਿੰਦਾ ਰਾਮ ਰਾਮ ਰਾਮ, ਇਹ ਨਹੀਂ ਕਹਿੰਦਾ ਪਿਆ। ਰਾਮ ਨਾ ਕਹੇ, ਰਾਮ ਦਾ ਨਾਮ ਨਹੀਂ ਲੈਂਦਾ। ਪਾਂਡੇ ਦੋਜਕ ਭਰੇ ਨਰਕਾਂ ਵਿੱਚ ਪੈ ਰਿਹਾ। ਰੱਬ ਦੀ ਦਰਗਾਹ ਵਿੱਚ ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਤੇਰੀ ਜਾਤ ਕੀ ਹੈ, ਉੱਥੇ ਇਹ ਪੁੱਛਿਆ ਜਾਣਾ ਵੀ ਤੂੰ ਜਪਿਆ ਕਿੰਨਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਪਾਂਡੇ, ਤੂੰ ਰਾਮ ਦੇ ਨਾਮ ਨੂੰ ਜਪਦਾ ਨਹੀਂ, ਇਸ ਕਰਕੇ ਨਰਕਾਂ ਵਿੱਚ ਪਵੇਂਗਾ। ਇਹ ਤਾੜ ਕੇ ਉਪਦੇਸ਼ ਦਿੱਤਾ ਹੈ ਬ੍ਰਾਹਮਣ, ਦੂਜਿਆਂ ਨੂੰ ਕਰਮਕਾਂਡ ਦੇ ਵਿੱਚ ਲਾਉਂਦਾ ਪਿਆ, ਆਪ ਦੀ ਕਮਾਈ ਕੀ ਹੈ। ਹੁਣ ਇਸੇ ਸ਼ਬਦ ਨੂੰ ਮਹਾਰਾਜ ਸਾਹਿਬ ਜੀ ਸਾਨੂੰ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਜਿਹ ਮੁਖ ਵੇਦ ਗਾਇਤਰੀ ਨਿਕਸੈ। ਜਿਸ ਪਰਮਾਤਮਾ ਦੇ ਮੂੰਹੋਂ ਇਹ ਗਾਇਤਰੀ ਮੰਤਰ ਤੋਂ ਪਹਿਲਾਂ ਨਾ ਬਰਮਾ ਨੂੰ ਉਪਦੇਸ਼ ਨਿਕਲਿਆ ਹੈ। ਸਭ ਤੋਂ ਪਹਿਲਾਂ ਪਰਮਾਤਮਾ ਨੇ, ਜਿਸ ਨੂੰ ਗਾਇਤਰੀ ਮੰਤਰ ਕਿਹਾ ਜਾਂਦਾ ਹੈ, ਇਹਦੇ ਤੋਂ ਪਹਿਲਾਂ ਜਿਹੜਾ ਉਪਦੇਸ਼ ਨਿਕਲਿਆ ਅਕਾਲ ਪੁਰਖ ਦੇ ਮੂੰਹੋਂ, ਉਹ ਉਪਦੇਸ਼ ਹੈ ਬਰਮਾ ਨੂੰ ਦਿੱਤਾ ਗਿਆ। ਜਦੋਂ ਬਰਮਾ ਪੈਦਾ ਹੋਇਆ ਨਾ, ਤੇ ਇਹਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਵੀ ਮੈਂ ਹੀ ਰੱਬ ਹਾਂ, ਮੈਂ ਹੀ ਈਸ਼ਵਰ ਹਾਂ, ਮੈਂ ਆਪਣੇ ਆਪ ਹੀ ਪੈਦਾ ਹੋਇਆ। ਫਿਰ ਆਵਾਜ਼ ਆਈ ਇਸ ਨੂੰ, ਨਹੀਂ ਬ੍ਰਹਮਾ, ਤੂੰ ਆਪਣੇ ਆਪ ਤੋਂ ਨਹੀਂ, ਤੈਨੂੰ ਪੈਦਾ ਕਰਨ ਵਾਲਾ ਕੋਈ ਹੈ। ਉਸ ਵੇਲੇ ਬ੍ਰਹਮਾ ਨੇ ਇਸ ਗੱਲ ਦੇ ਉੱਪਰ ਸ਼ੰਕਾ ਕੀਤਾ। ਸਾਖੀ ਬੜੀ ਲੰਮੀ ਆਪਾਂ ਕਈ ਵਾਰੀ ਸਰਵਣ ਕੀਤੀ ਹੈ। ਕਮਲ ਫੁੱਲ ਨੂੰ ਠੁੱਡਾ ਮਾਰਿਆ, ਪੈਰ ਦੀ ਠੋਕਰ ਮਾਰੀ ਵੀ ਕਮਲ ਦਾ ਫੁੱਲ ਮੈਨੂੰ ਕਿਵੇਂ ਪੈਦਾ ਕਰ ਸਕਦਾ, ਮੈਂ ਐਡਾ ਵੱਡਾ ਦੇਵਤਾ। ਤੇ ਉਸ ਕਮਲ ਦੀ ਫੁੱਲ ਦੀ ਨਾਲੀ ਵਿੱਚ ਹੀ ਡਿੱਗ ਪਿਆ ਤੇ 18 ਯੁੱਗ ਲੱਗ ਗਏ ਨਾਲੀ ਦੇ ਵਿੱਚ ਪੁੱਠਾ ਲਟਕਦਿਆਂ ਥੱਲੇ ਨੂੰ ਜਾਂਦਿਆਂ ਪਤਾਲ ਵੱਲ।
फिर जाके होश आई, समझ आई भी नहीं कोई है ऐसी शक्ति ਜਿਹਦੇ मैं कमल फुੱਲ ਦਾ अंत नहीं ਪਾਉਂਦਾ ਪਿਆ। फिर 18 युग तप ਕੀਤਾ, परमात्मा बाहर ਕੱਢ, मैं ਹੁਣ तेरे नाम ਨੂੰ ਜਪਾਂਗਾ। 36 युग इस तरह ਜਦੋਂ ਬਤੀਤ ਹੋਏ, ਫਿਰ परमात्मा ਦੇ ਕੋਲੋਂ ਇਸ ਨੂੰ ਉਪਦੇਸ਼ ਪ੍ਰਾਪਤ ਹੋਇਆ, ਸ਼ਕਤੀ ਪ੍ਰਾਪਤ ਹੋਈ ਦੁਨੀਆ ਰਚਣ ਦੀ, ਦੁਨੀਆ ਬਣਾਉਣ ਦੀ। ਮਹਾਰਾਜ ਉਹ ਬਚਨ ਲਿਖਦੇ ਪਏ, ਕਹਿਣ ਲੱਗੇ ਜਿਹ ਮੁਖ वेद गायत्री निकलै निकसै, जिस परमात्मा के मूँहों गायत्री मंत्र तो पहला ब्रह्मा नूं उपदेश देण वास्ते वेदां दे वाक उन्होंने कह दिता वेद। वेदां विच वो श्लोक लिखे गए जो परमात्मा ने अकाल पुरख ने ब्रह्मा नूं उपदेश दिता है। सो क्यों ब्राह्मण बिसर करे, ब्राह्मणा तू क्यों भुला दिता उस उपदेश नूं जिहड़ा उपदेश परमात्मा ने ब्रह्मा नूं दिता है। तू उस उपदेश नूं क्यों भुला दिता, तू क्यों नहीं जपिया है। फिर बख्शदे हन जे मुख वेद गायत्री निकसा। पंडित नूं भी कहंदे पै, पंडिता तेरे मूँहों निकलदे पै ना ये गायत्री दे मंत्र किवें निकलदे पै, क्योंकि परमात्मा ने तेरे अंदर ताकत दिती है, उहदी चेतन सता है, ते तां तू ये गायत्री मंत्र पढ़ पढ़ के सुणाउंदा लोकां। ਆਪਾਂ ਕੋਈ ਕਥਾ ਸੁਣਦੇ ਹਾਂ, ਕੋਈ ਕੀਰਤਨ ਸੁਣਦੇ ਹਾਂ, ਜਾਂ ਆਮ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਹੀ ਕਰਦੇ ਹਾਂ ਨਾ ਜੇ ਪ੍ਰਮਾਤਮਾ ਦੀ ਸਾਡੇ ਅੰਦਰ ਸ਼ਕਤੀ ਵਰਤ ਰਹੀ ਹੈ, ਨਹੀਂ ਤੇ ਮੁਰਦਾ ਤੇ ਨਹੀਂ ਨਾ ਕਦੇ ਬੋਲਿਆ ਕਰਦਾ। ਕਬੀਰ ਸਾਹਿਬ ਜੀ ਕਹਿਣ ਲੱਗੇ ਬਚਨ ਇਹ ਹੈ, ਜਿਸ ਪ੍ਰਮਾਤਮਾ ਦੀ ਚੇਤਨ ਸਤਾ ਦੇ ਨਾਲ ਇਹ ਬ੍ਰਾਹਮਣ ਤੇਰੇ ਮੂੰਹ ਦੇ ਵਿੱਚੋਂ ਇਹ ਗਾਇਤਰੀ ਮੰਤਰ ਵਗੈਰਾ ਜਿਹੜੇ ਨਿਕਲਦੇ ਪਏ ਲੋਕਾਂ ਨੂੰ ਸੁਣਾਉਂਦਾ ਹੈ। ਸੋ ਕਿਉਂ ਬ੍ਰਾਹਮਣ ਬਿਸਰ ਕਰੈ, ਬ੍ਰਾਹਮਣ ਤੂੰ ਉਸ ਪ੍ਰਮਾਤਮਾ ਨੂੰ ਕਿਉਂ ਭੁਲਾ ਦਿੱਤਾ ਹੈ। ਇਹ ਦੋ ਅਰਥ ਕੀਤੇ ਵੱਖਰੇ ਵੱਖਰੇ ਵਿਦਵਾਨਾਂ ਨੇ ਵੀ ਉਸ ਨੂੰ ਭੁਲਾਇਆ ਕਿਉਂ ਹੈ। ਜਿਹੜਾ ਤੇਰੇ ਮੂੰਹ ਵੀ ਮੰਤਰ ਕਢਾਉਂਦਾ ਪਿਆ ਉਹ ਤੇਰੇ ਅੰਦਰ ਵੀ ਬੈਠਾ ਹੋਇਆ, ਜਿਹਦੀ ਤਾਕਤ ਦੇ ਨਾਲ ਤੇਰਾ ਸਰੀਰ ਚੱਲਦਾ ਪਿਆ ਹੈ, ਜਿਹਦੀ ਚੇਤਨ ਸਤਾ ਤੇਰੇ ਅੰਦਰ ਹੈ। है ब्राह्मण उस परमात्मा नूं क्यों भुला दिता, क्यों नहीं चेते करता है। जाके पाए जगत सब लागा, जिस परमात्मा दे चरणां दे नाल सारा जगत संसार लगा होया। ये जिन्ना ब्रह्मांड है, जिन्नी दुनिया है, जिन्ना संसार जिस परमात्मा दे चरणी लगा होया है। सो क्यों पंडित हर ना कहे, इस करके पंडिता तू उस हरि हर परमेश्वर नूं क्यों नहीं कहंदा जिहदे चरणां नाल सारी दुनिया लगी है। फिर फरमाउंदे हन जाके पाए जगत सब लागा, जिस परमात्मा दे पैरां नाल ला के वड्डे वड्डे दुनिया विच देवते बन गए, राजे बन गए। जिन्हां ने उस परमात्मा दे नाम नूं जप लिया ना, ਤੇ ਜਿੰਨੀ ਕਿਸੇ ਨੇ ਕਮਾਈ ਕੀਤੀ ਜੇ ਬਹੁਤੀ ਕਰ ਲਈ ਤੇ ਉਹ ਦੇਵਤਾ ਬਣ ਗਿਆ, ਬ੍ਰਹਮਾ ਬਣ ਗਿਆ, ਵਿਸ਼ਨੂੰ ਬਣ ਗਿਆ। ਜੇ ਥੋੜੀ ਜਿਹੀ ਘੱਟ ਕਮਾਈ ਕੀਤੀ ਹੈ ਤੇ ਉਹ ਰਾਜਾ ਬਣ ਗਿਆ, ਮਹਾਰਾਜਾ ਬਣ ਗਿਆ। ਬਚਨ ਕਰਦੇ ਪਏ ਕਹਿਣ ਲੱਗੇ ਭਾਈ ਜਿਸ ਪ੍ਰਮਾਤਮਾ ਦੇ ਚਰਣੀ ਲੱਗਿਆ ਵੱਡੇ ਵੱਡੇ ਦੁਨੀਆ ਵਿੱਚ ਰਾਜੇ ਮਹਾਰਾਜੇ ਦੇਵਤੇ ਇਤਿਆਦਿਕ ਬਣੇ ਹਨ। ਸੋ ਕਹਿਣ ਲੱਗੇ ਉਸ ਪਰਮਾਤਮਾ ਦੇ ਬਣਾਏ ਹੋਏ ਸੋ ਕਿਉਂ ਪੰਡਤ ਹਰ ਨਾ ਕਹੈ, ਉਹਨੂੰ ਕਿਉਂ ਭੁਲਾਇਆ ਹੋਇਆ ਹੈ ਉਹਦੇ ਨਾਮ ਨੂੰ। ਫਿਰ ਫਰਮਾਉਂਦੇ ਹਨ ਜਾ ਕੇ ਪਾਏ ਜਗਤ ਸਭ ਲਾਗੈ। ਜਿਸ ਪਰਮਾਤਮਾ ਦੇ ਬਣਾਏ ਹੋਏ ਪੰਡਤ ਜੀ ਤੁਸੀਂ ਆਪਣੇ ਆਪ ਨੂੰ ਵੱਡਾ ਕਹਿੰਦੇ ਹੋ ਵੀ ਮੈਂ ਬ੍ਰਾਹਮਣ ਹਾਂ ਤੇ ਮੈਂ ਸਾਰੇ ਗੁਰੂ ਦਾ ਜਗਤ ਹਾਂ, ਸਾਰੇ ਜਗਤ ਦਾ ਗੁਰੂ ਹਾਂ। ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ ਨਾ। ਸੋ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਬ੍ਰਾਹਮਣ ਇਹ ਕਹਿੰਦਾ ਵੀ ਮੈਂ ਦੁਨੀਆ ਦਾ ਗੁਰੂ ਹਾਂ, ਤੇ ਕਬੀਰ ਸਾਹਿਬ ਜੀ ਕਹਿੰਦੇ ਤੁਹਾਨੂੰ ਗੁਰੂ ਏਡੀ ਵੱਡੀ ਪਦਵੀ ਇੰਨਾ ਸਤਿਕਾਰ ਕਿਹਨੇ ਦਵਾਇਆ? ਪਰਮਾਤਮਾ ਨੇ ਦਵਾਇਆ ਹੈ। ਤੇ ਫਿਰ ਤੁਸੀਂ ਉਸ ਪਰਮਾਤਮਾ ਨੂੰ ਕਿਉਂ ਭੁਲਾਈ ਬੈਠੇ ਹੋ? ਜਾ ਕੇ ਪਾਏ ਜਗਤ ਸਭ ਲਾਗੈ। ਜਿਸ ਪਰਮਾਤਮਾ ਦੇ ਤੁਸੀਂ ਬਣਾਏ ਹੋਏ ਵੱਡੇ ਬ੍ਰਾਹਮਣ ਹੋ ਔਰ ਤਿੰਨੇ ਵਰਨ ਤੁਹਾਡੇ ਪੈਰੀ ਲੱਗਦੇ। ਖੱਤਰੀ ਵੀ ਬ੍ਰਾਹਮਣ ਨੂੰ ਮੱਥਾ ਟੇਕਦਾ, ਵੈਸ਼ ਵੀ ਟੇਕਦਾ ਤੇ ਸ਼ੂਦਰ ਵੀ ਟੇਕਦਾ। ਬ੍ਰਾਹਮਣ ਤੁਹਾਨੂੰ ਕਿੰਨਾ ਸਤਿਕਾਰ ਦਵਾਇਆ ਪਰਮਾਤਮਾ ਨੇ ਵੀ ਤੁਸੀਂ ਬ੍ਰਹਮਾ ਦੇ ਪੁੱਤਰ ਆਪਣੇ ਆਪ ਨੂੰ ਕਹਿੰਦੇ ਹੋ।
ਤੇ ਤਿੰਨਾਂ ਵਰਨਾਂ ਦੇ ਲੋਕ ਤੁਹਾਡੇ ਪੈਰਾਂ ਨੂੰ ਆ ਕੇ ਲੱਗਦੇ ਨਮਸਕਾਰਾਂ ਕਰਦੇ ਹਨ। ਭੋਗ ਪੰਡਤ ਹਰ ਨਾ ਕਹੈ। ਇਸ ਕਰਕੇ ਪੰਡਤ ਤੂੰ ਰੱਬ ਦੇ ਨਾਮ ਨੂੰ ਕਿਉਂ ਭੁਲਾ ਦਿੱਤਾ ਹੈ ਵੀ ਸਾਰੀ ਦੁਨੀਆ ਤੁਹਾਨੂੰ ਨਮਸਕਾਰਾਂ ਕਰਦੀ ਹੈ ਵੀ ਇਹ ਪੰਡਤ ਜੀ ਸਤਿਕਾਰਯੋਗ ਨੇ। ਤੇ ਤੁਹਾਨੂੰ ਵੱਡੇ ਤੋਂ ਵੱਡਾ ਜਿਹੜਾ ਛਤਰੀ ਹੈ, ਜੰਗ ਜਿੱਤਣ ਵਾਲਾ ਜਿਹੜਾ ਸੂਰਮਾ, ਉਹ ਵੀ ਤੁਹਾਨੂੰ ਨਮਸਕਾਰ ਕਰਦਾ ਵੀ ਤੁਸੀਂ ਵਿਦਵਾਨ ਹੋ, ਤੁਸੀਂ ਗ੍ਰੰਥਾਂ ਦਾ ਗਿਆਨ ਰੱਖਦੇ ਹੋ। ਵੈਸ਼ ਖੇਤੀ ਕਰਨ ਵਾਲਾ, ਬਾਣੀਆਂ ਦੁਕਾਨ ਕਰਨ ਵਾਲਾ, ਉਹ ਵੀ ਤੁਹਾਨੂੰ ਆ ਕੇ ਪਹਿਲਾਂ ਪੂਜਦਾ ਵੀ ਲਓ ਜੀ ਮੇਰਾ ਮੰਤਰ ਪੜ੍ਹੋ, ਮੇਰੀ ਦੁਕਾਨ ਚੱਲੇ, ਮੇਰਾ ਕਾਰੋਬਾਰ ਚੱਲੇ। ਤੇ ਸ਼ੂਦਰ ਤੁਹਾਡੇ ਘਰਾਂ ਦੀ ਸੇਵਾ ਕਰਦਾ। ਤੁਹਾਨੂੰ ਇੰਨਾ ਸਤਿਕਾਰਯੋਗ ਪਰਮਾਤਮਾ ਨੇ ਬਣਾਇਆ ਹੈ, ਸਾਰੀ ਦੁਨੀਆ ਤੁਹਾਡੇ ਪੈਰਾਂ ਨਾਲ ਲੱਗੀ ਹੋਈ ਹੈ। ਤੇ ਮਹਾਰਾਜ ਕਹਿਣ ਲੱਗੇ ਬਚਨ ਇਹ ਆ ਗੁਰਮੁਖਾ, ਤੂੰ ਰਾਮ ਦੇ ਨਾਮ ਨੂੰ ਕਿਉਂ ਨਹੀਂ ਕਹਿੰਦਾ ਹੈ? ਜਾਂ ਕੇ ਪਾਏ ਜਗਤ ਸਭ ਲਾਗੈ। ਜਿਸ ਪਰਮਾਤਮਾ ਦਾ ਤੁਹਾਡੇ ਪੈਰੀਂ ਪਾਇਆ ਹੋਇਆ ਜਗਤ ਤੁਹਾਡੇ ਪੈਰੀਂ ਲੱਗਦਾ ਪਿਆ ਹੈ, ਉਸ ਪਰਮਾਤਮਾ ਦੇ ਨਾਮ ਨੂੰ ਕਿਉਂ ਨਹੀਂ ਕਹਿੰਦੇ ਪਏ ਹੋ? ਕਾਹੇ ਮੇਰੇ ਬਾਮਨ ਹਰ ਨਾ ਕਹੈ। ਇਸ ਕਰਕੇ ਹੈ ਮੇਰੇ ਬਾਹਮਣ, ਬ੍ਰਾਹਮਣਾ ਕਿਉਂ ਨਹੀਂ ਹਰ ਹਰ ਕਰਦਾ, ਰਾਮ ਰਾਮ ਕਰਦਾ, ਹਰੇ ਹਰੇ ਕ੍ਰਿਸ਼ਨ ਨਹੀਂ ਕਿਉਂ ਨਹੀਂ ਕਹਿੰਦਾ? ਕਿਹਾ ਕਰ ਜਿਸ ਨੇ ਤੈਨੂੰ ਇੰਨਾ ਸਤਿਕਾਰ ਦਵਾਇਆ ਵੀ ਤਿੰਨਾਂ ਵਰਨਾਂ ਦੇ ਲੋਕ ਤੇਰੇ ਪੈਰੀਂ ਲੱਗਦੇ ਪਏ, ਤੈਨੂੰ ਸਤਿਕਾਰ ਦਿੰਦੇ ਪਏ। ਬ੍ਰਾਹਮਣ ਜੀ ਤੁਸੀਂ ਰਾਮ ਦੇ ਨਾਮ ਨੂੰ ਕਿਉਂ ਨਹੀਂ ਕਹਿੰਦੇ ਹੋ? ਰਾਮ ਨਾ ਬੋਲੇ ਭਾਂਡੇ ਦੋਜਕ ਭਰੈ। ਉਸ ਵੇਲੇ ਪਾਂਡਾ ਕਹਿਣ ਲੱਗਾ ਵੀ ਮੈਨੂੰ ਰਾਮ ਕਹਿਣ ਦੀ ਲੋੜ ਹੀ ਨਹੀਂ ਹੈ। ਕਿਉਂ ਨਹੀਂ ਲੋੜ? ਮੈਂ ਤੇ ਕਹਿੰਦਾ ਬ੍ਰਾਹਮਣ ਹਾਂ, ਮੈਂ ਤੇ ਬਰਮਾ ਦਾ ਪੁੱਤਰ, ਮੈਂ ਥੋੜੀ ਰਾਮ ਕਵਾਂਗਾ। ਤੇ ਕਬੀਰ ਸਾਹਿਬ ਜੀ ਫਿਰ ਥੋੜੀ ਜਿਹੀ ਉਹਦੀ ਹਵਾ ਢਿੱਲੀ ਵੀ ਕਰਦੇ ਪਏ, ਕਹਿਣ ਲੱਗੇ ਨਹੀਂ ਕਵੇਂਗਾ ਤੇ ਫਿਰ ਨਰਕਾਂ ਵਿੱਚ ਜਾਵੇਂਗਾ। ਉੱਥੇ ਇਹ ਨਹੀਂ ਪੁੱਛਣਾ ਕਿਸੇ ਨੇ ਵੀ ਤੂੰ ਬਰਮਾ ਦਾ ਪੁੱਤਰ ਹੈ ਜਾਂ ਤੂੰ ਬ੍ਰਾਹਮਣ ਹੈ। ਤੂੰ ਇਸੇ ਹੰਕਾਰ ਦੇ ਵਿੱਚ ਨਾ ਰਹਿ, ਨਹੀਂ ਤੇ ਨਰਕਾਂ ਵਿੱਚ ਪੈਣਾ ਪਵੇਗਾ। ਇੱਕ ਬ੍ਰਾਹਮਣ ਨਾ ਕਿਸੇ ਜ਼ਿਮੀਂਦਾਰ ਦੇ ਘਰ ਆ ਕੇ ਚੰਗਾ ਪ੍ਰਸ਼ਾਦਾ ਪਾਣੀ ਛਕਦਾ ਤੇ ਆਪਣੇ ਘਰੇ ਜਾ ਕੇ ਸੌਂ ਜਿਆ ਕਰੇ। ਕਬੀਰ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਉਹ ਭਗਤਾ ਇਹਦੇ ਘਰ ਦਾ ਪ੍ਰਸ਼ਾਦਾ ਭੋਜਨ ਛਕਦਾ, ਲੇਖਾ ਹੋਣਾ ਹੈ, ਹਿਸਾਬ ਕਿਤਾਬ ਹੋਣਾ। ਰੱਬ ਦੀ ਬੰਦਗੀ ਕਰਿਆ ਕਰ, ਕੱਲਾ ਛੱਕ ਕੇ ਸੌ ਨਾ ਜਾਇਆ ਕਰ। ਉਹ ਨੱਕ ਚੜਾ ਕੇ ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ, ਕਹਿੰਦਾ ਜਾ ਪਰੇ, ਤੇਰੇ ਉਪਦੇਸ਼ ਗਿਆਨ ਦੀ ਮੈਨੂੰ ਲੋੜ ਨਹੀਂ, ਮੈਂ ਬ੍ਰਾਹਮਣ ਹਾਂ, ਮੈਨੂੰ ਨਹੀਂ ਕੋਈ ਰਾਮ ਕਹਿਣ ਦੀ ਲੋੜ, ਕੋਈ ਬੰਦਗੀ ਕਰਨ ਦੀ ਲੋੜ ਨਹੀਂ ਹੈ। ਮੈਂ ਤੇ ਇਹਨਾਂ ਗੱਲਾਂ ਤੋਂ ਪਰੇ ਮੁਕਤ ਹਾਂ, ਮੈਂ ਲੇਖੇ ਜੋਖੇ ਵਿੱਚ ਨਹੀਂ ਪੈਂਦਾ। ਗੁਰਮੁਖੋ ਸਮਾਂ ਲੰਘਿਆ ਤੇ ਉਹ ਬ੍ਰਾਹਮਣ ਮਰ ਕੇ ਨਾ ਇੱਕ ਬੈਲ ਬਣ ਗਿਆ, ਬੱਚਾ ਬਣ ਕੇ ਜਨਮਿਆ ਉਸੇ ਜ਼ਿਮੀਂਦਾਰ ਦੇ ਘਰ। ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋਇਆ, ਜਵਾਨ ਹੋਇਆ, ਤੇ ਜ਼ਿਮੀਂਦਾਰ ਨੇ ਹਲ 'ਤੇ ਜੋੜ ਲਿਆ। ਉਹ ਹਲ 'ਤੇ ਤੁਰਿਆ ਨਾ ਕਰੇ, ਦੋ ਕੁ ਕਦਮਾਂ ਤੁਰੇ, ਦੋ ਕੁ ਪੈਰ ਪੱਟੇ ਦੇ ਡਿੱਗ ਪਿਆ ਕਰੇ, ਕਦੇ ਬਹਿ ਜਿਆ ਕਰੇ। ਜ਼ਿਮੀਂਦਾਰ ਨੇ ਕੁੱਟ-ਕੁੱਟ ਕੇ ਨਾਸਾਂ ਵਿੱਚੋਂ ਲਹੂ ਕੱਢ ਦਿੱਤਾ, ਚਮੜੀ ਉਧੇੜ ਦਿੱਤੀ। ਮਾਰ ਖਾਈ ਜਾਂਦਾ ਪਰ ਢੀਠ ਹੋ ਕੇ ਪਿਆ ਰਹਿੰਦਾ। ਕਬੀਰ ਸਾਹਿਬ ਜੀ ਲੰਘਦੇ ਪੈ ਕੋਲੋਂ ਵੇਖਿਆ ਵੀ ਇਹ ਕਾਰਨ ਕੀ ਹੈ। ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖ ਲਿਆ ਵੀ ਇਹ ਤੇ ਉਹੀ ਹੈ ਜਿਹੜਾ ਪਰੌਂਠੇ ਖਾਂਦਾ ਸੀ, ਆ ਕੇ ਤੈਨੂੰ ਕਿਹਾ ਸੀ ਵੀ ਨਾਮ ਜਪਿਆ ਕਰ, ਕਹਿੰਦਾ ਲੋੜ ਨਹੀਂ ਹੈ, ਲੇਖਾ ਦੇਣ ਆਇਆ। ਕਬੀਰ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਉਹ ਭਾਈ ਇਹ ਜਿਹੜਾ ਛਕਿਆ ਨਾ ਇਹਦੇ ਘਰ ਦਾ, ਇਹਦਾ ਹੁਣ ਲੇਖਾ ਦੇਣਾ ਪੈਣਾ, ਹਿਸਾਬ ਦੇਣਾ ਪੈਣਾ। ਇਸ ਕਰਕੇ ਹੁਣ ਚੱਲ, ਹਲ ਖਿੱਚੇਗਾ ਤੇ ਤਾਂ ਗੱਲ ਬੰਨੀ ਹੈ, ਨਹੀਂ ਤੇ ਮਾਰ ਖਾਦਿਆਂ ਇਹ ਛੁਟਕਾਰਾ ਨਹੀਂ ਹੋਣਾ ਹੈ। ਤੇ ਬਚਨ ਉੱਥੇ ਉਹਨਾਂ ਲਿਖਿਆ, ਜਨ ਭਗਤਨ ਕਉ ਕਹਿਓ ਨਾ ਮਾਨੈ, ਕਿ ਉਹ ਆਪਣੋ ਪਈ ਹੈ। ਉਦੋਂ ਤੈਨੂੰ ਬਚਨ ਕਿਹਾ ਸੀ, ਤੂੰ ਮੰਨਿਆ ਨਹੀਂ, ਤੂੰ ਆਖਿਆ ਮੈਂ ਤੇ ਉੱਚਾ ਸੁੱਚਾ ਹਾਂ, ਤੇ ਹੁਣ ਆਪਣੇ ਕੀਤੇ ਨੂੰ ਪਾਇਆ ਤੇ ਹੁਣ ਫਲ ਭੋਗ। ਇਸ ਤਰ੍ਹਾਂ ਫਿਰ ਉਪਦੇਸ਼ ਦੇ ਕੇ ਉਸ ਨੂੰ ਹਲ 'ਤੇ ਲਾਇਆ। ਉਹ ਬਚਨ ਇੱਥੇ ਆ ਗਿਆ, ਕਹਿਣ ਲੱਗੇ ਰਾਮ ਨਾ ਬੋਲੇ, ਰਾਮ ਦੇ ਨਾਮ ਨੂੰ ਜਪਦਾ ਨਹੀਂ ਹੈ, ਜਾਂ ਤੇ ਜਨਮਾਂ ਵਿੱਚ ਆਉਣਾ ਪਵੇਗਾ ਜਿਹਦਾ ਖਾਧਾ ਲੈ ਕੇ ਉਹਦਾ ਹਿਸਾਬ ਦੇਣ ਵਾਸਤੇ, ਜਾਂ ਦੋਜਕ ਭਰੇ, ਜਾਂ ਫਿਰ ਨਰਕਾਂ ਵਿੱਚ ਪੈਣਾ ਪਵੇਗਾ। ਰਹਾਉ ਆਪਨ ਊਚ ਨੀਚ ਘਰ ਭੋਜਨ। ਕਬੀਰ ਸਾਹਿਬ ਜੀ ਕਹਿੰਦੇ ਆਪਣੀ ਊਚ, ਆਪਣੇ ਆਪ ਨੂੰ ਮੰਨਦੇ ਹੋ ਉੱਚਾ, ਵੀ ਸਾਡੇ ਤੇ ਕਿਸੇ ਦਾ ਪਰਛਾਵਾਂ ਨਾ ਪਵੇ, ਸਾਡੇ ਚੌਂਕੇ ਤੇ ਕੋਈ ਨਾ ਚੜ੍ਹੇ ਆ ਕੇ, ਅਸੀਂ ਤੇ ਉੱਚੇ ਹਾਂ, ਆਪਣੇ ਆਪ ਨੂੰ ਉੱਚਾ ਕਹਿੰਦੇ ਹੋ। ਨੀਚ ਕਰ ਭੋਜਨ, ਤੇ ਨੀਚਾਂ ਦੇ ਘਰਾਂ ਵਿੱਚ ਜਾ ਕੇ ਭੋਜਨ ਛਕਦੇ ਹੋ। ਜੇ ਤੁਹਾਨੂੰ ਕੋਈ ਵੈਸ਼ ਕਹਿ ਦੇਵੇ, ਕੋਈ ਖੱਤਰੀ ਕਹਿ ਦੇਵੇ ਵੀ ਅਸੀਂ ਆਪਣੇ ਘਰ ਵਿੱਚ ਸਰਾਧ ਕਰਨਾ ਹੈ, ਜਾਂ ਅਸੀਂ ਆਪਣੇ ਵੱਡਿਆਂ ਦੀ ਨਾਂ ਦੀ ਰੋਟੀ ਖਵਾਉਣੀ ਹੈ, ਤੇ ਫਿਰ ਦੌੜੇ ਜਾਂਦੇ ਉਸੇ ਵੇਲੇ ਧੋਤੀਆਂ ਬੰਨ੍ਹ ਕੇ ਵੀ ਕਿਤੇ ਇਹ ਮੁਰਗਾ ਨਿਕਲ ਹੀ ਨਾ ਜਾਵੇ ਹੱਥੋਂ, ਤੇ ਖਾ ਲਈਏ ਜਾ ਕੇ ਦਰਸ਼ਨਾ ਲਵਾਂਗੇ।
ਇੱਕ ਪਾਸੇ ਆਪਣੇ ਆਪ ਨੂੰ ਵੱਡਾ ਉੱਚਾ ਸੁੱਚਾ ਕਹਿੰਦੇ ਹੋ, ਦੂਜੇ ਪਾਸੇ ਜਿਨ੍ਹਾਂ ਨੂੰ ਨੀਵੇਂ ਕਹਿੰਦੇ ਹੋ ਉਹਨਾਂ ਦੇ ਘਰਾਂ ਵਿੱਚੋਂ ਜਾ ਕੇ ਰੋਟੀ ਖਾਂਦੇ ਹੋ। ਤੇ ਜੇ ਉਹ ਨੀਵੇਂ ਨੇ ਫਿਰ ਰੋਟੀ ਕਿਉਂ ਖਾਂਦੇ ਹੋ? ਤੇ ਜੇ ਰੋਟੀ ਖਾਂਦੇ ਹੋ ਤੇ ਫਿਰ ਉਹਨਾਂ ਨੂੰ ਨੀਵਾਂ ਕਿਉਂ ਕਹਿੰਦੇ ਹੋ? ਬੜਾ ਡੂੰਘਾ ਬਚਨ ਕਬੀਰ ਸਾਹਿਬ ਜੀ ਕਹਿਣ ਲੱਗੇ, ਆਪਣੇ ਉੱਚ ਆਪਣੇ ਆਪ ਨੂੰ ਕਹਿੰਦੇ ਹੋ ਉੱਚਾ ਵੱਡਾ, ਵੀ ਮੇਰੀ ਜਾਤ ਉੱਚੀ ਹੈ। ਨੀਚ ਕਰ ਭੋਜਨ, ਬਾਕੀ ਤਿੰਨਾਂ ਵਰਨਾਂ ਨੂੰ ਨੀਵਾਂ ਮੰਨਦੇ ਹੋ। ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਨੀਵਾਂ ਜੇ ਮੰਨਦੇ ਹੀ ਹੋ ਤੇ ਫਿਰ ਉਹਨਾਂ ਦੇ ਘਰਾਂ ਵਿੱਚ ਜਾ ਕੇ ਭੋਜਨ ਖਾਂਦੇ ਹੋ। ਹਠੇ ਕਰਮ ਕਰ ਉਦਰ ਭਰੈ, ਹੱਠ ਵਾਲਾ ਕਰਮ ਕਰਕੇ ਤੇ ਪੇਟ ਭਰਦੇ ਹੋ। ਹੱਠ ਕਰ ਲੈਂਦੇ, ਜਾ ਕੇ ਜਿੱਦ ਕਰਦੇ ਹੋ ਵੀ ਅਸੀਂ ਆਹ ਭੋਜਨ ਛਕਣਾ ਹੈ, ਸਾਡੇ ਵਾਸਤੇ ਬਣਾਓ। ਫਿਰ ਵਿਚਾਰੇ ਨੂੰ ਬਣਾਉਣਾ ਪੈਂਦਾ, ਜਿਹਨੇ ਤੁਹਾਨੂੰ ਬੁਲਾਇਆ ਹੁੰਦਾ, ਤੇ ਫਿਰ ਆਪਣਾ ਪੇਟ ਭਰ ਲੈਂਦੇ ਹੋ, ਰੱਜ ਲੈਂਦੇ ਹੋ। ਰੱਜ ਵੀ ਇੰਨਾ ਲੈਂਦੇ ਹੋ ਕਿ ਮੁੜ ਕੇ ਤੁਹਾਨੂੰ ਸਾਹ ਹੀ ਨਹੀਂ ਆਉਂਦਾ ਹੈ, ਇੰਨਾ ਭੋਜਨ ਬਹੁਤਾ ਛਕ ਲੈਂਦੇ ਹੋ। ਐਸੀ ਤੁਹਾਡੀ ਹਾਲਤ ਹੈ, ਐਸੇ ਸ਼ਰਾਧਾਂ ਨੂੰ ਰੱਜ ਰੱਜ ਕੇ ਖਾਂਦੇ ਹੋ। ਇਹ ਘਰ ਦੇ ਵਿੱਚ ਨਾ ਇੱਕ ਨਵੀਂ ਵਿਆਹੀ ਨਹੁੰ ਆਈ ਬ੍ਰਾਹਮਣਾਂ ਦੇ, ਤੇ ਉਹ ਬ੍ਰਾਹਮਣ ਜਿਹੜਾ ਸਹੁਰਾ ਸੀ ਨਾ, ਉਹ ਭੋਜਨ ਛਕਣ ਵਾਸਤੇ ਕਿਸੇ ਦੇ ਘਰੇ ਚਲਾ ਗਿਆ। ਤੇ ਉਹ ਬ੍ਰਾਹਮਣ ਦੀ ਘਰਵਾਲੀ ਨੇ ਜਦੋਂ ਵੇਖਿਆ ਨਾ ਵੀ ਹੁਣ ਰੋਟੀ ਖਾ ਕੇ ਮੇਰਾ ਪਤੀ ਆਉਣ ਵਾਲਾ, ਤੇ ਉਹਨੇ ਆਪਣੀ ਨੂੰਹ ਨੂੰ ਹੁਕਮ ਦਿੱਤਾ, ਕਹਿਣ ਲੱਗੀ ਵੀ ਆਹ ਮੰਜਾ ਚੁੱਕੇ ਤੇ ਉਹ ਜਿਹੜੀ ਡਿਉਢੀ ਹੈ ਨਾ ਬਾਹਰ, ਉੱਥੇ ਜਾ ਕੇ ਮੰਜਾ ਢਾਹ ਦੇ। ਨੂੰਹ ਨੇ ਹੈਰਾਨ ਹੋ ਕੇ ਪੁੱਛਿਆ ਵੀ ਮੰਜਾ ਉੱਥੇ ਕਿਉਂ ਡਾਉਣਾ? ਕਹਿਣ ਲੱਗੀ ਵੀ ਤੇਰੇ ਸਹੁਰਾ ਸਾਹਿਬ ਬਾਹਰੋਂ ਸਰਾਧ ਖਾ ਕੇ ਆ ਰਹੇ ਨੇ, ਉਹਨਾਂ ਨੇ ਇੰਨੇ ਰੱਜ ਕੇ ਆਉਣਾ ਵੀ ਮਸਾਂ ਦਰਵਾਜ਼ੇ ਤੱਕ ਹੀ ਪਹੁੰਚਣਾ ਹੈ, ਤੇ ਉੱਥੇ ਹੀ ਉਹਨੇ ਡਿੱਗ ਪੈਣਾ ਆ ਕੇ, ਤੇ ਮੰਜਾ ਉੱਥੇ ਪਹੁੰਚਾ ਦੇ। ਉਹ ਬੜੀ ਹੈਰਾਨ ਹੋ ਗਈ, ਕਹਿਣ ਲੱਗੀ ਵੀ ਅੱਛਾ ਇਸ ਤਰ੍ਹਾਂ ਵੀ ਹੁੰਦਾ ਹੈ। ਤੇ ਫਿਰ ਸੱਸ ਨੇ ਪੁੱਛ ਹੀ ਲਿਆ ਉਸ ਨੂੰਹ ਨੂੰ, ਕਹਿਣ ਲੱਗੀ ਵੀ ਤੇਰਾ ਪਿਤਾ ਵੀ ਤੇ ਬ੍ਰਾਹਮਣ ਹੀ, ਉਹ ਵੀ ਤੇ ਸ਼ਰਾਧ ਖਾਣ ਜਾਂਦਾ, ਉਹ ਕਿਵੇਂ ਕਰਦਾ ਹੈ? ਉਹ ਕਹਿਣ ਲੱਗੀ ਬੇਬੇ ਵੀ ਮੇਰਾ ਬਾਪੂ ਤੇ ਮੰਜਾ ਵੀ ਨਾਲ ਹੀ ਲੈ ਕੇ ਜਾਂਦਾ ਹੈ, ਜਿੱਥੇ ਖਾਂਦਾ ਉੱਥੇ ਹੀ ਸੌਂ ਜਾਂਦਾ ਹੈ। ਜਦੋਂ ਕਿਤੇ ਫਿਰ ਸੁਰਤ ਜਾਗ ਆਉਂਦੀ ਹੈ, ਰੋਟੀ ਦੀ ਘੂਕ ਘਟਦੀ ਹੈ, ਫਿਰ ਘਰ ਨੂੰ ਆ ਜਾਂਦਾ ਹੈ। ਰੋ ਵਿਚਾਰ ਮਹਾਰਾਜ ਕਹਿਣ ਲੱਗੇ, ਹਠੇ ਕਰਮ ਕਰ ਉਦਰ ਭਰੇ। ਹੱਠ ਵਾਲੇ ਕਰਮ ਕਰਕੇ ਫਿਰ ਉਦਰ ਭਰੇ, ਪੇਟ ਭਰਦਾ ਹੈ, ਇੰਨਾ ਭਰ ਲੈਂਦਾ ਵੀ ਫਿਰ ਨਾਮ ਤੇ ਕੀ ਜਪਣਾ, ਸੁਰਤ ਨਹੀਂ ਰਹਿ ਜਾਂਦੀ ਹੈ। ਐਸੀ ਬਖਸ਼ਿਸ਼ ਕਰਦੇ। ਫਿਰ ਫਰਮਾਉਂਦੇ ਹਨ, ਆਪਨ ਊਚ ਨੀਚ ਘਰ ਭੋਜਨ, ਹਠੇ ਕਰਮ ਕਰ ਉਦਰ ਭਰੈ। ਜਿਹੜੇ ਵੇਦ ਤੇ ਸ਼ਾਸਤਰ ਸਿਮਰਤੀਆਂ ਧਾਰਮਿਕ ਗ੍ਰੰਥ ਨੇ ਨਾ, ਉਹਨਾਂ ਦੀ ਆਗਿਆ ਛੱਡ ਕੇ ਵੀ ਵੇਦ ਵਿੱਚ ਭੋਜਨ ਛਕਣਾ ਕਿਵੇਂ ਲਿਖਿਆ, ਧਾਰਮਿਕ ਗ੍ਰੰਥਾਂ ਵਿੱਚ ਭੋਜਨ ਛਕਣ ਬਾਰੇ ਕੀ ਲਿਖਿਆ, ਉਹ ਸਾਰੀ ਗੱਲ ਪਰੇ ਕਰ ਦਿੰਦਾ ਹੈ। ਵੀ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਵੀ ਹਲਕਾ ਭੁਲਕਾ ਫੁਲਕਾ ਜਿਹਾ ਤੇ ਥੋੜ੍ਹਾ ਜਿਹਾ ਛਕੋ ਭੋਜਨ, ਹਲਕਾ ਜਿਹਾ ਛਕੋ। ਪਰ ਜਦੋਂ ਅੱਗੇ ਚੰਗੇ ਪਕਵਾਨ ਬਣ ਕੇ ਥਾਲੀ ਭਰ ਕੇ ਆ ਜਾਂਦੀ ਹੈ, ਕਹਿੰਦਾ ਵੇਦਾਂ ਦੀ ਸ਼ਾਸਤਰਾਂ ਦੀ ਗੱਲ ਪਰੇ ਕਰ ਦਿਓ, ਆ ਥਾਲੀ ਜਿਹੜੀ ਅੱਗੇ ਆ ਗਈ ਹੈ, ਪਹਿਲਾਂ ਇਹਦੇ ਨਾਲ ਨਿਬੇੜਾ ਕਰੀਏ, ਫਿਰ ਵੇਖਾਂਗੇ ਵੀ ਵੇਦ ਸ਼ਾਸਤਰ ਕੀ ਕਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ, ਵੇਦਾਂ ਸ਼ਾਸਤਰਾਂ ਦੀ ਮੱਤ ਨੂੰ ਛੱਡ ਕੇ ਆਪਣੀ ਮਨਮਤ ਕਰਕੇ, ਫਿਰ ਹੱਠ ਕਰਕੇ, ਜਿੱਦ ਕਰਕੇ ਬਹੁਤੇ ਭੋਜਨ ਛਕ ਛਕ ਕੇ ਪੇਟ ਭਰਦਾ ਹੈ। ਹਠੇ ਕਰਮ ਕਰ ਉਦਰ ਭਰੈ। ਹਠੇ ਤੋਂ ਭਾਵ ਹੱਠ ਵਾਲੇ ਕਰਮਾਂ ਨਾਲ ਪੇਟ ਨੂੰ ਭਰ ਲੈਂਦਾ ਹੈ। 14 ਅਮਾਵਸ ਰਚ ਰਚ ਮੰਗ ਹੈ। ਕਦੇ ਆਖਦਾ ਹੈ ਕਿ ਹੁਣ ਨਰਸਿੰਘ 14 ਆ ਗਈ ਹੈ, ਹਿੰਦੂ ਧਾਰਮਿਕ ਦਿਨ ਮੰਨੇ ਜਾਂਦੇ ਵੀ ਹੁਣ ਨਰਸਿੰਘ 14 ਆ ਗਈ ਹੈ, ਲਿਆਓ ਭਾਈ ਮੈਨੂੰ ਇੰਨਾ ਦਾਨ ਦਿਓ, ਤੁਹਾਨੂੰ ਬਹੁਤਾ ਪੁੰਨ ਫਲ ਮਿਲੇਗਾ। ਕਦੇ ਆਖਦਾ ਹੁਣ 52 ਦੁਆਦਸੀ ਆ ਗਈ ਹੈ, ਹੁਣ ਮੈਨੂੰ ਇੰਨਾ ਭੋਜਨ ਜਾਂ ਇੰਨਾ ਦਾਨ ਦਿਓ, ਤੁਹਾਨੂੰ ਬੜਾ ਫਲ ਮਿਲੇਗਾ। ਕਦੇ ਸੋਮਾਵਤੀ ਅਮਾਵਸ ਆ ਜਾਂਦੀ ਹੈ, ਕਦੇ ਸੰਕਰਾਂਤ ਆ ਜਾਂਦੀ ਹੈ, ਹੁਣ ਫਲਾਣਾ ਦਿਨ ਆ ਗਿਆ ਹੈ, ਹੁਣ ਦਾਨ ਕਰੋ, ਹੁਣ ਪੁੰਨ ਕਰੋ, ਤੁਹਾਡੇ ਪੁੱਤਰਾਂ ਵਿੱਚ ਵਾਧਾ ਹੋਵੇਗਾ, ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਵੇਗਾ, ਤੁਹਾਡੇ ਸਾਰੇ ਜਿਹੜੇ ਕਸ਼ਟ ਨੇ ਉਹ ਦੂਰ ਹੋ ਜਾਣਗੇ, ਦੁੱਖ ਦੂਰ ਹੋ ਜਾਣਗੇ। ਇਸ ਤਰ੍ਹਾਂ ਲੋਕਾਂ ਨੂੰ ਕਹਿ ਕਹਿ ਕੇ ਮੰਗਦੇ ਹੋ, ਰਚ ਰਚ ਮੰਗੈ। ਫਿਰ ਮੰਗ ਮੰਗ ਕੇ ਤਦਾਕਾਰ, ਜੋ ਕਿਸੇ ਨੇ ਦਿੱਤਾ ਫਿਰ ਉਹਦੇ ਵਿੱਚ ਹੀ ਲਿਪਟ ਜਾਂਦੇ ਹੋ ਵੀ ਇਹ ਹੁਣ ਮੇਰਾ ਹੀ ਹੈ, ਮੈਂ ਕਿਸੇ ਨੂੰ ਦੇਣਾ ਨਹੀਂ ਹੈ। ਐਸੀ ਤੁਹਾਡੀ ਹਾਲਤ ਹੈ। ਘਰ ਦੀਪਕ ਲੈ ਕੂਪਰਾ। ਸ਼ਾਸਤਰ ਦਾ ਜਿਹੜਾ ਗਿਆਨ ਹੈ ਇਹ ਸੀਗਾ ਦੀਵਾ, ਧਾਰਮਿਕ ਗ੍ਰੰਥ ਦਾ ਗਿਆਨ ਇਹ ਦੀਵਾ ਹੱਥ ਵਿੱਚ ਤੇ ਫੜ ਲਿਆ ਹੈ, ਪਰ ਡਿੱਗਦੇ ਖੂਹ ਵਿੱਚ ਹੀ ਪਏ। ਹੁਣ ਮੰਨ ਲਓ ਗੁਰਮੁਖੋ ਕਿਸੇ ਦੇ ਹੱਥ ਵਿੱਚ ਦੀਵਾ ਫੜਿਆ ਹੋਵੇ ਤੇ ਬੰਦਾ ਜਾ ਕੇ ਖੂਹ ਵਿੱਚ ਛਾਲ ਮਾਰੇ, ਤੇ ਦੀਵੇ ਦੀ ਗਲਤੀ ਤੇ ਨਹੀਂ ਨਾ, ਗਲਤੀ ਤੇ ਆਪਣੀ ਹੈ ਨਾ, ਵੀ ਦੀਵਾ ਇਹਨੇ ਤਾਂ ਰਾਹ ਵਿਖਾਇਆ ਪਰ ਆਪਾਂ ਵੇਖਿਆ ਹੀ ਨਹੀਂ।
ਕਬੀਰ ਸਾਹਿਬ ਜੀ ਕਹਿਣ ਲੱਗੇ ਧਾਰਮਿਕ ਗ੍ਰੰਥਾਂ ਦਾ ਗਿਆਨ ਇਹ ਤੇ ਇੱਕ ਦੀਵਾ ਸੀ। ਧਾਰਮਿਕ ਗ੍ਰੰਥ ਤੇ ਦੱਸਦਾ ਪਿਆ ਵੀ ਇਹ ਕਰਮ ਦਾ ਫਲ ਇਹ ਮਿਲੇਗਾ ਤੇ ਇਹ ਕਰਮ ਦਾ ਫਲ ਇਹ ਮਿਲੇਗਾ, ਪਰ ਉਹ ਕਦੇ ਗਿਆਨ ਨੂੰ ਸਮਝਿਆ ਹੀ ਨਹੀਂ, ਪਾਸੇ ਹੀ ਕਰ ਦਿੱਤਾ ਵੀ ਨਹੀਂ ਇਹ ਪਰਾਂ ਲੈ ਜਾਓ, ਗਿਆਨ ਇਹ ਨਹੀਂ ਚਾਹੀਦਾ ਹੈ। ਤੇ ਕਹਿਣ ਲੱਗੇ ਉਸ ਵੇਲੇ ਕੂਪ ਪਰੈ ਸੰਸਾਰ ਰੂਪੀ ਖੂਹ ਦੇ ਵਿੱਚ ਡਿੱਗਦੇ ਪਏ ਹੋ, ਮਨ ਰੂਪੀ ਹੱਥ ਵਿੱਚ ਗਿਆਨ ਰੂਪੀ ਦੀਵਾ ਲੈ ਕੇ, ਪਰ ਫਿਰ ਵੀ ਸੋਝੀ ਨਹੀਂ, ਸਮਝ ਨਹੀਂ, ਤੇ ਉਸ ਵੇਲੇ ਸੰਸਾਰ ਖੂਹ ਵਿੱਚ ਡਿੱਗਦੇ ਪਏ, ਵਾਰ-ਵਾਰ ਜਨਮਾਂ ਦੇ ਵਿੱਚ ਆਉਂਦੇ ਪਏ ਹਨ। ਤੂੰ ਬ੍ਰਾਹਮਣ ਮੈਂ ਕਾਸਿਕ ਜੁਲਾਹਾ। ਉਸ ਵੇਲੇ ਬਚਨ ਕਰਦੇ, ਵਿਅੰਗ ਬਚਨ ਕਰਦੇ, ਕਹਿਣ ਲੱਗੇ ਤੁਸੀਂ ਆਪਣੇ ਆਪ ਨੂੰ ਆਖਦੇ ਹੋ ਕਿ ਮੈਂ ਬ੍ਰਾਹਮਣ ਹਾਂ ਤੇ ਮੈਂ ਆ ਕਾਂਸ਼ੀਪੁਰੀ ਦੇ ਰਹਿਣ ਵਾਲਾ ਇੱਕ ਆਮ ਜਿਹਾ ਜੁਲਾਹਾ। ਕਬੀਰ ਸਾਹਿਬ ਜੀ ਕਾਂਸ਼ੀ ਸ਼ਹਿਰ ਵਿੱਚ ਰਹਿੰਦੇ ਸਨ ਤੇ ਕਾਂਸ਼ੀ ਦਾ ਨਾਮ ਲਿਖਿਆ ਤੇ ਜੁਲਾਹਾ ਉਹਨਾਂ ਦੀ ਜਾਤ ਹੈ। ਕਹਿਣ ਲੱਗੇ ਤੂੰ ਬ੍ਰਾਹਮਣ ਜੀ ਤੁਸੀਂ ਆਪਣੇ ਆਪ ਨੂੰ ਆਖਦੇ ਹੋ ਮੈਂ ਬ੍ਰਾਹਮਣ ਉੱਚੀ ਕੁਲ ਵਾਲਾ, ਪਰ ਮੈਂ ਤੇ ਇੱਕ ਆਮ ਜਿਹਾ ਹੀ ਹਾਂ, ਕਾਂਸ਼ੀ ਦੇ ਰਹਿਣ ਵਾਲਾ ਇੱਕ ਆਮ ਜਿਹਾ ਜੁਲਾਹਾ ਹਾਂ। ਮੋਹਿਤ ਹੋਏ ਬਰਾਬਰੀ ਕੈਸੇ ਕਹ ਬਨਾ ਹੈ। ਮੇਰੀ ਤੇ ਤੇਰੀ ਬਰਾਬਰੀ ਕਿਵੇਂ ਬਣ ਸਕਦੀ? ਵਿਅੰਗ ਬਚਨ ਹੈ ਤੇ ਕਬੀਰ ਸਾਹਿਬ ਜੀ ਸਭ ਤੋਂ ਉੱਚੇ, ਪਰ ਉਸ ਬ੍ਰਾਹਮਣ ਨੂੰ ਕਹਿੰਦੇ ਤੂੰ ਬ੍ਰਾਹਮਣ ਹੋਇਆ, ਮੈਂ ਇੱਕ ਆਮ ਜੁਲਾਇਆ ਹੋਇਆ, ਤੇਰੀ ਤੇ ਮੇਰੀ ਬਰਾਬਰੀ ਕਿਵੇਂ ਬਣੇਗੀ? ਨਹੀਂ ਬਣ ਸਕਦੀ ਹੈ। ਉਹਦਾ ਕਾਰਨ ਕੀ ਹੈ ਕਿ ਤੁਸੀਂ ਬ੍ਰਾਹਮਣ ਹੋ ਕੇ ਮੰਗ ਕੇ ਖਾਂਦੇ ਪਏ ਹੋ, ਮੈਂ ਇੱਕ ਗਰੀਬ ਜੁਲਾਇਆ ਹੋ ਕੇ 10 ਨੋਹਾਂ ਦੀ ਕਿਰਤ ਕਰਦਾ ਪਿਆ, ਫਿਰ ਮੇਰੀ ਤੇ ਤੇਰੀ ਬਰਾਬਰੀ ਹੋ ਕਿਵੇਂ ਸਕਦੀ ਹੈ? ਨਹੀਂ ਹੋ ਸਕਦੀ ਹੈ। ਤੁਸੀਂ ਮੰਗ ਕੇ ਖਾਧਾ ਪੂਜਾ ਦਾ ਧਾਨ, ਮੈਂ 10 ਨੋਹਾਂ ਦੀ ਕਿਰਤ ਕਰਕੇ ਖਾਧੀ ਹੈ, ਇਸ ਕਰਕੇ ਮੇਰੀ ਤੇਰੀ ਬਰਾਬਰੀ ਹੋ ਹੀ ਨਹੀਂ ਸਕਦੀ ਹੈ। ਫਿਰ ਇਸੇ ਪੰਕਤੀ ਨੂੰ ਬਖਸ਼ਦੇ ਹਨ। ਤੂੰ ਬ੍ਰਾਹਮਣ ਮੈਂ ਕਾਸਿਕ ਜੁਲਾਹਾ। ਕਬੀਰ ਸਾਹਿਬ ਜੀ ਕਹਿਣ ਲੱਗੇ ਤੂੰ ਬ੍ਰਾਹਮਣ ਤੋਂ ਭਾਵ ਹੈ ਬਾਂ ਮਾਰਗੀਆ। ਬਾਂ ਮਾਰਗੀਆ ਤੋਂ ਭਾਵ ਹੁੰਦਾ ਗੁਰਮੁਖੋ ਟੇਢਾ ਚੱਲਣ ਵਾਲਾ, ਕਹਿਣਾ ਕੁਝ ਕਰਨਾ ਕੁਝ, ਦੱਸਣਾ ਕਿ ਚੜ੍ਹਦੇ ਨੂੰ ਚੱਲਿਆ, ਜਾਣਾ ਉੱਤਰ ਵਾਲੇ ਪਾਸੇ ਨੂੰ, ਜਾਂ ਟੇਢ ਤਾਈਆਂ ਕਰਨੀਆਂ, ਹਰ ਵੇਲੇ ਕੋਈ ਨਾ ਕੋਈ ਇਹੋ ਜਿਹਾ ਕਰਮ ਕਰਦੇ ਰਹਿਣਾ ਵੀ ਦੁਨੀਆ ਨੂੰ ਦੁੱਖ ਹੀ ਦਿੰਦੇ ਰਹਿਣਾ। ਕਬੀਰ ਸਾਹਿਬ ਜੀ ਕਹਿਣ ਲੱਗੇ ਤੂੰ ਬ੍ਰਾਹਮਣ, ਤੂੰ ਹੈ ਬਾ ਮਾਰਗੀਆ, ਭਾਵ ਟੇਢਾ ਹੋ ਕੇ ਚੱਲਦਾ ਹੈ ਅਤੇ ਲੋਭੀ ਹੈ। ਕਿਸੇ ਨੂੰ ਆਖਦਾ ਤੇਰੇ ਘਰੇ ਇਹ ਦੁੱਖ ਹੈ, ਤੇਰੇ ਘਰੇ ਇਹ ਗ੍ਰਹਿ ਆ ਗਿਆ ਹੈ, ਇਸ ਤਰ੍ਹਾਂ ਕਹਿ ਕੇ ਲੋਭੀ ਬਣ ਕੇ ਲੋਕਾਂ ਦੇ ਧਨ ਨੂੰ ਲੁੱਟਦਾ ਪਿਆ ਹੈ। ਮੋਹਿਤ ਹੋਏ ਬਰਾਬਰੀ ਕੈਸੇ ਕਹ ਬਨਾ। ਅਤੇ ਮੈਂ ਕਾਸੀਕ ਜੁਲਹਾ, ਕਾਸੀ ਕਹਿੰਦੇ ਜੋ ਪ੍ਰਕਾਸ਼ ਸਰੂਪ ਪਰਮਾਤਮਾ ਹੈ, ਜੁਲਹਾ ਤੋਂ ਭਾਵ ਹੈ ਜੋ ਲਹਾ, ਮੈਂ ਤੇ ਉਹਦੇ ਨਾਮ ਦਾ ਲਾਹਾ ਲਿਆ ਹੈ। ਇਹ ਕਬੀਰ ਸਾਹਿਬ ਜੀ ਦੀ ਬਾਣੀ ਦਾ ਦੂਜਾ ਅਰਥ ਹੈ ਕਿ ਤੂੰ ਬ੍ਰਾਹਮਣ, ਤੂੰ ਹੈ ਬਾ ਮਾਰਗੀਆ, ਟੇਢਾ ਚੱਲਣ ਵਾਲਾ ਲੋਭੀ ਬੰਦਾ, ਤੇ ਮੈਂ ਆ ਕਾਸੀਕ, ਕਾਸੀ ਕਹਿੰਦੇ ਪ੍ਰਕਾਸ਼ ਸਰੂਪ ਪਰਮਾਤਮਾ, ਜੁਲਹਾ ਤੋਂ ਭਾਵ ਹੈ ਜੋ ਲਾਹਾ, ਮੈਂ ਤੇ ਉਹਦੇ ਨਾਮ ਦਾ ਲਾਹਾ ਲਿਆ ਹੈ, ਮੈਂ ਤੇ ਉਹਦੇ ਨਾਮ ਦਾ ਲਾਹਾ ਲੈਂਦਾ ਹਾਂ। ਮੋਹਿਤ ਹੋਏ ਬਰਾਬਰੀ ਕੈਸੇ ਕਹ ਬਨਾ। ਮੇਰੀ ਤੇ ਤੇਰੀ ਬਰਾਬਰੀ ਬਣ ਕਿਵੇਂ ਸਕਦੀ ਹੈ? ਤੂੰ ਟੇਢ ਤਾਈਆਂ ਕਰਨ ਵਾਲਾ, ਹਰ ਵੇਲੇ ਕੋਈ ਨਾ ਕੋਈ ਬਾੜਾ ਕਰਮ ਕਰਨ ਵਾਲਾ, ਤੇ ਮੈਂ ਰੱਬ ਦਾ ਨਾਂ ਲੈਣ ਵਾਲਾ, ਤੇਰੀ ਤੇ ਮੇਰੀ ਬਰਾਬਰੀ ਇਹ ਪੰਡਤ ਜੀ ਹੋ ਕਿਵੇਂ ਸਕਦੀ ਹੈ? ਹੋ ਹੀ ਨਹੀਂ ਸਕਦੀ ਹੈ। ਕਬੀਰ ਸਾਹਿਬ ਜੀ ਬਖਸ਼ਦੇ ਹਨ। ਹਮਰੇ ਰਾਮ ਨਾਮ ਕੈ ਉਬਰੈ। ਸਾਡੇ ਮਤ ਵਿੱਚ ਤੇ ਇਹ ਹੈ ਵੀ ਜਿਹੜਾ ਜੀਵ ਕਹੇਗਾ ਨਾ ਰਾਮ ਰਾਮ ਰਾਮ, ਉਹ ਤਰ ਜਾਏਗਾ। ਸਾਡੇ ਮਤ ਵਿੱਚ ਜਿਹੜਾ ਰਾਮ ਰਾਮ ਕਹਿੰਦਾ ਉਹ ਤਰ ਜਾਂਦਾ ਹੈ, ਇਹ ਸਾਡੀ ਵਿਚਾਰ ਹੈ। ਵੇਦ ਭਰੋਸੈ ਪਾਂਡੇ ਡੂਬ ਮਰੈ। ਪਰ ਜਿਹੜੇ ਇਕੱਲੇ ਵੇਦਾਂ ਦੇ ਭਰੋਸੇ ਹੀ ਰਹਿਣਗੇ ਉਹ ਪਾਂਡਿਓ ਡੁੱਬ ਜਾਣਗੇ। ਇਕੱਲਾ ਵੇਦ ਦਾ ਆਸਰਾ ਨਾ ਲੈ ਕੇ ਰੱਖਿਓ, ਵੇਦ ਦੀ ਕਮਾਈ ਵੀ ਕਰਿਓ ਵੀ ਲਿਖਿਆ ਕੀ ਹੈ। ਇਕੱਲਾ ਇਹੀ ਕਹਿ ਦੇਣਾ ਕਿ ਮੈਂ ਵੇਦ ਪੜ੍ਹਦਾ ਹਾਂ, ਮੈਂ ਵੇਦ ਪੜ੍ਹਿਆ ਹੈ, ਮੈਂ ਗ੍ਰੰਥ ਪੜ੍ਹਦਾ ਹਾਂ, ਮੈਂ ਗ੍ਰੰਥ ਪੜ੍ਹਿਆ ਹੈ। ਗ੍ਰੰਥ ਪੜ੍ਹਿਆ ਤੇ ਬੜੀ ਚੰਗੀ ਗੱਲ ਹੈ, ਪਰ ਗ੍ਰੰਥ ਵਿੱਚ ਲਿਖਿਆ ਕੀ ਹੈ ਉਹ ਨਹੀਂ ਕਮਾਇਆ ਹੈ। ਜਿੰਨਾ ਚਿਰ ਕਮਾਈ ਨਹੀਂ ਕਰਦੇ ਉਹਨਾਂ ਚਿਰ ਭਲਾ ਨਹੀਂ ਹੋ ਸਕਦਾ ਹੈ। ਵੇਦ ਭਰੋਸੇ ਪਾਂਡਾ ਡੂਬ ਮਰੈ। ਜਿਹੜੇ ਵੇਦਾਂ ਦੇ ਭਰੋਸੇ ਰਹਿੰਦੇ ਉਹ ਮਰ ਜਾਂਦੇ ਹਨ, ਐਸੀ ਹਾਲਤ ਬਣਦੀ ਹੈ। ਤਰਵਰ ਏਕ ਅਨੰਤ ਡਾਰ ਸਾਖਾ। ਕਬੀਰ ਸਾਹਿਬ ਜੀਆਂ ਦੇ ਕੋਲ ਕਾਂਸ਼ੀ ਦੇ ਕੁਝ ਬ੍ਰਾਹਮਣ ਇਕੱਠੇ ਹੋ ਕੇ ਆ ਗਏ ਵੀ ਇਹ ਕਬੀਰ ਸਾਹਿਬ ਜੀ ਸਾਰਿਆਂ ਦੀ ਮਾਤੀ ਖੰਡਨ ਕਰੀ ਜਾ ਰਹੇ ਨੇ, ਕਿਸੇ ਦੀ ਗੱਲ ਮੰਨਦੇ ਹੀ ਨਹੀਂ।
ਉਸ ਵੇਲੇ ਉਹਨਾਂ ਨੇ ਆ ਕੇ ਆਖਿਆ ਵੀ ਸਾਰਿਆਂ ਮਤਾਂ ਦਾ ਖੰਡਨ ਤੇ ਕਰ ਦਿਓ ਕਬੀਰ ਜੀ, ਪਰ ਕੁਝ ਜਾਣਦੇ ਵੀ ਹੋ ਕਿ ਨਹੀਂ ਜਾਣਦੇ, ਕਿ ਕੇਵਲ ਕੱਲਾ ਖੰਡਨ ਕਰਨਾ ਹੀ ਜਾਣਿਆ ਹੈ, ਕੁਝ ਜਾਣਦੇ ਵੀ ਹੋ ਰੱਬ ਦੀ ਕਹਾਣੀ ਨੂੰ। ਉਸ ਵੇਲੇ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਕਬੀਰ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਹਨ। ਭਵਰ ਏਕ ਪੋਪ ਰਸ ਵਿਦਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਇਹ ਰਹਾਉ ਦੀ ਪੰਕਤੀ ਹੈ। ਜਦੋਂ ਉਹਨਾਂ ਨੇ ਪੁੱਛਿਆ ਨਾ ਬ੍ਰਾਹਮਣਾਂ ਨੇ ਵੀ ਜਾਣਦੇ ਵੀ ਉਹ ਕੁਝ ਰੱਬ ਬਾਰੇ ਕਿ ਕੇਵਲ ਖੰਡਨ ਹੀ ਕਰਨਾ ਸਮਝਿਆ, ਕਬੀਰ ਸਾਹਿਬ ਜੀ ਕਹਿਣ ਲੱਗੇ ਜਾਨੀ ਜਾਨੀ, ਮੈਂ ਜਾਣਿਆ ਹੈ, ਮੈਂ ਜਾਣਿਆ ਹੈ। ਰਾਜਾ ਰਾਮ, ਜਿਹੜਾ ਰਾਜਾ ਕਹੀਏ ਪ੍ਰਕਾਸ਼ ਸਰੂਪ ਹੈ ਨਾ ਰਾਮ ਪਰਮਾਤਮਾ, ਮੈਂ ਉਹਨੂੰ ਜਾਣਿਆ ਹੈ, ਮੈਂ ਜਾਣ ਲਿਆ ਹੈ। ਬਖਸ਼ਦੇ ਹਨ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਜੋ ਰਾਜਾ ਹੈ ਨਾ ਸਾਰਿਆਂ ਥਾਵਾਂ ਸਾਰਿਆਂ ਦਾ ਰਾਜਾ, ਰਾਜਾ ਕਹੀਏ ਜੋ ਪ੍ਰਕਾਸ਼ ਸਰੂਪ ਰਾਮ ਹੈ, ਮੈਂ ਉਹਦੀ ਕਹਾਣੀ ਕਹੀਏ ਕਥਾ ਕਰਨੀ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਾਣੀ ਹੈ, ਮੈਂ ਉਸ ਨੂੰ ਜਾਣਿਆ ਹੈ। ਅੰਤਰ ਜੋਤ ਰਾਮ ਪ੍ਰਗਾਸਾ, ਇੰਨਾ ਬਚਨ ਕਹਿ ਕੇ ਫਿਰ ਇਸੇ ਸ਼ਬਦ ਨੂੰ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਤਰਵਰ ਏਕ ਅਨੰਤ ਡਾਰ ਸਾਖਾ, ਕਬੀਰ ਸਾਹਿਬ ਜੀ ਕਹਿਣ ਲੱਗੇ ਗੁਰਮੁਖੋ ਇਹ ਜਿਹੜਾ ਸੰਸਾਰ ਹੈ ਨਾ ਇਹ ਇੱਕ ਤਰਵਰ ਰੁੱਖ ਹੈ। ਤਰਵਰ ਕਹਿੰਦੇ ਰੁੱਖ ਨੂੰ, ਕਹਿੰਦੇ ਇਹ ਜਿਹੜਾ ਭਾਈ ਸੰਸਾਰ ਹੈ ਇਹ ਤੇ ਇੱਕ ਰੁੱਖ ਹੈ ਤੇ ਅਨੰਤ ਡਾਰ ਇਹਦੀਆਂ ਬੇਅੰਤ ਟਾਹਣੀਆਂ ਹਨ। ਇਹ ਸੰਸਾਰ ਰੂਪੀ ਜਿਹੜਾ ਰੁੱਖ ਹੈ ਪੋਪ ਪਤਰ ਰਸ ਭਰਿਆ, ਇਹਦੇ ਉੱਪਰ ਫੁੱਲ ਵੀ ਲੱਗੇ ਹੋਏ, ਫਲ ਵੀ ਲੱਗੇ ਹੋਏ ਤੇ ਪੱਤੇ ਵੀ ਲੱਗੇ ਹੋਏ। ਇਹ ਸੰਸਾਰ ਇੱਕ ਰੁੱਖ ਹੈ। ਬਿਰਖੇ ਹੇਤ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੂਤ ਭਇਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਨੀਆਂ। ਮਹਾਰਾਜ ਦੀ ਬਾਣੀ ਦਾ ਕਥਨ ਹੈ ਵੀ ਸ਼ਾਮ ਪਈ ਹੈ ਨਾ, ਸੂਰਜ ਅਸਤ ਹੋਇਆ ਤੇ ਪੰਛੀ ਆ ਕੇ ਰੁੱਖ ਤੇ ਬੈਠ ਗਏ। ਸਾਰੀ ਰਾਤ ਉਹ ਚੀਂ ਚੀਂ ਕਾਂ ਕਾਂ ਕਰਦੇ ਰਹੇ, ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਦਿਨੇ ਥੋੜਾ ਜਿਹਾ ਪ੍ਰਕਾਸ਼ ਹੋਇਆ ਨਾ ਸੂਰਜ ਦਾ, ਉਡਾਰੀਆਂ ਮਾਰੀਆਂ ਤੇ ਉੱਡ ਗਏ ਆਪਣੇ ਆਪਣੇ ਦਾਣੇ ਚੁਗਣ ਵਾਸਤੇ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਨਾ ਜਿਹਦੇ ਵਿੱਚ ਆਪਾਂ ਜਨਮ ਲੈ ਕੇ ਆਏ ਹਾਂ, ਇਹ ਸੰਸਾਰ ਵੀ ਭਾਈ ਇੱਕ ਰੁੱਖ ਹੈ ਤੇ ਆਪਾਂ ਜਿੰਨੇ ਜੀਵ ਆ ਸਾਰੇ ਪੰਛੀਆਂ ਦੇ ਵਾਂਗ ਉਹਦੇ ਉੱਪਰ ਆ ਕੇ ਬੈਠੇ ਆ। ਜਦੋਂ ਕਾਲ ਦਾ ਸੂਰਜ ਚੜ੍ਹੇਗਾ ਨਾ, ਮੌਤ ਵਾਲਾ ਦਿਨ ਆਵੇਗਾ, ਜਿਹਦੀ ਮੌਤ ਦਾ ਦਿਨ ਆ ਗਿਆ, ਉਹਨਾਂ ਨੂੰ ਉਡਾਰੀਆਂ ਮਾਰ ਕੇ ਸੰਸਾਰ ਤੋਂ ਜਾਣਾ ਪਵੇਗਾ ਆਪਣੇ ਆਪਣੇ ਕਰਮਾਂ ਨੂੰ ਭੋਗਣ ਦਾ ਫਲ ਪ੍ਰਾਪਤ ਕਰਨ ਵਾਸਤੇ। ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਸੰਸਾਰ ਨੂੰ ਇੱਕ ਰੁੱਖ ਮਹਾਰਾਜ ਨੇ ਲਿਖਿਆ ਹੈ। ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਤਰਵਰ ਏਕ ਅਨੰਤ ਡਾਰ ਸਾਖਾ, ਕਹਿਣ ਲੱਗੇ ਪ੍ਰਮਾਤਮਾ ਜੋ ਹੈ ਨਾ ਗੁਰਮੁਖੋ ਉਹ ਇੱਕ ਸ੍ਰੇਸ਼ਟ ਬ੍ਰਿਸ਼ ਹੈ। ਇਹ ਦੂਜਾ ਅਰਥ ਕੀਤਾ ਹੈ। ਪਹਿਲੇ ਅਰਥ ਵਿੱਚ ਇਹ ਗੱਲ ਕਹੀ ਸੀ ਵੀ ਇਹ ਸੰਸਾਰ ਇੱਕ ਰੁੱਖ ਹੈ ਤੇ ਜਿੰਨੇ ਵੀ ਆਪਾਂ ਜੀਵ ਜੰਤੂ ਆ ਸਾਰੇ ਟਾਹਣੀਆਂ ਪੱਤੇ ਵਗੈਰਾ ਹਨ। ਹੁਣ ਦੂਜੇ ਅਰਥ ਵਿੱਚ ਬਚਨ ਬਖਸ਼ਿਸ਼ ਕਰਦੇ ਵੀ ਪ੍ਰਮਾਤਮਾ ਇੱਕ ਰੁੱਖ ਹੈ। ਤਰਵਰ ਏਕ ਪ੍ਰਮਾਤਮਾ ਇੱਕ ਵੱਡਾ ਭਾਰੀ ਬ੍ਰਿਸ਼ ਹੈ। ਅਨੰਤ ਡਾਰ ਸਾਖਾ, ਤੇ ਬਚਨ ਕਰਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੱਡੇ ਵੱਡੇ ਪੈਗੰਬਰ ਜਿਹੜੇ ਨੇ ਉਹ ਇਸ ਪ੍ਰਮਾਤਮਾ ਦੀਆਂ ਡਾਰ ਕਹੀਏ ਵੱਡੇ ਵੱਡੇ ਟਾਹਣ ਹਨ, ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ। ਪੋਪ ਪਤਰ ਰਸ ਭਰਿਆ, ਅਤੇ ਸ਼ਾਖਾ ਨਾਮ ਹੈ ਛੋਟੀਆਂ ਟਾਹਣੀਆਂ ਦਾ। ਜਿਹੜੇ ਛੋਟੇ ਦੇਵਤੇ ਨੇ ਨਿੱਕੇ ਮੋਟੇ, ਉਹ ਨਿੱਕੀਆਂ ਟਾਹਣੀਆਂ ਉਸ ਪ੍ਰਮਾਤਮਾ ਦੀਆਂ ਹਨ। ਪੋਪ ਪੱਤਰ ਰਸ ਭਰੀਆ, ਪੋਪ ਨਾਮ ਹੈ ਫੁੱਲ ਦਾ ਤੇ ਪੱਤਰ ਨਾਮ ਹੈ ਪੱਤਿਆਂ ਦਾ। ਸੋ ਇਹ ਜਿਹੜੇ ਆਪਣੇ ਵਰਗੇ ਜੀਵ ਨੇ ਨਾ ਨਿੱਕੇ ਮੋਟੇ ਸੂਖਮ ਤੇ ਸਥੂਲ ਜੀਵ, ਇਹ ਪ੍ਰਮਾਤਮਾ ਨੇ ਪੱਤੇ ਅਤੇ ਇਸੇ ਤਰ੍ਹਾਂ ਫੁੱਲ ਬਣਾਉਣਾ ਕੀਤੇ ਹਨ। ਫਿਰ ਬਖਸ਼ਿਸ਼ ਕਰਦੇ ਹਨ। ਤਰਵਰ ਏਕ ਅਨੰਤ ਡਾਰ ਸਾਖਾ, ਪੋਪ ਪਤਰ ਰਸ ਭਰਿਆ। ਇਹ ਕਰਮਾਂ ਧਰਮਾਂ ਰੂਪੀ ਫੁੱਲ ਲੱਗੇ ਹੋਏ ਪ੍ਰਮਾਤਮਾ ਨੂੰ। ਪ੍ਰਮਾਤਮਾ ਇੱਕ ਰੁੱਖ ਹੈ। ਇਹ ਜਿਹੜੇ ਕਰਮ ਕਰਨੇ, ਧਰਮ ਨੂੰ ਧਾਰਨ ਕਰਨਾ, ਇਹ ਕਹਿਣ ਲੱਗੇ ਗੁਰਮੁਖੋ ਇਹ ਪ੍ਰਮਾਤਮਾ ਨੂੰ ਕਰਮਾਂ ਧਰਮਾਂ ਰੂਪੀ। ਸੋ ਕਹਿ ਲਈਏ ਇਹ ਜੀਵਾਂ ਨੂੰ ਪਤੇ ਲੱਗੇ ਹੋਏ। ਜਿਹੜੇ ਜੀਵ ਆ ਨਾ, ਆਪਾਂ ਨੂੰ ਕੋਈ ਕਰਮ ਕਰਦਾ ਪਿਆ, ਕੋਈ ਧਰਮ ਕਮਾਉਂਦਾ ਪਿਆ ਹੈ, ਇਹ ਜੀਵਾਂ ਰੂਪੀ ਪਤੇ ਲੱਗੇ ਹੋਏ ਉਸ ਪ੍ਰਮਾਤਮਾ ਰੂਪੀ ਬ੍ਰਿਸ਼ ਦੇ ਨਾਲ। ਅਤੇ ਇਸੇ ਤਰ੍ਹਾਂ ਗਿਆਨ ਰੂਪੀ ਫਲ ਲੱਗਾ ਹੋਇਆ ਹੈ। ਤੇ ਉਹ ਜਿਹੜਾ ਚੇਤਨ ਪ੍ਰਮਾਤਮਾ ਹੈ
ਉਹ ਸਾਰਿਆਂ ਥਾਵਾਂ ਦੇ ਉੱਪਰ ਗੁਰਮੁਖੋ ਮਿਲਿਆ ਹੋਇਆ, ਸਮਾਇਆ ਹੋਇਆ ਹੈ। ਫਿਰ ਬਖਸ਼ਦੇ ਹਨ। ਤਰਵਰ ਏਕ ਅਨੰਤ ਡਾਰ ਸ਼ਾਖਾ। ਉਹ ਪਰਮਾਤਮਾ ਰੂਪੀ ਇੱਕ ਬ੍ਰਿਸ਼ ਹੈ। ਅਨੰਤ ਲੋਕ ਬ੍ਰਹਿਮੰਡ ਜਿਹੜੇ ਨੇ, ਪਰਮਾਤਮਾ ਦਾ ਇਹ ਬਣਾਇਆ ਸੰਸਾਰ ਇੱਕ ਰੁੱਖ ਹੈ। ਤੇ ਜਿੰਨੇ ਵੀ ਬ੍ਰਹਿਮੰਡ ਬਣਾਏ, ਧਰਤੀਆਂ ਬਣਾਈਆਂ ਪਰਮਾਤਮਾ ਨੇ, ਇਹ ਸਾਰੀਆਂ ਉਸ ਰੁੱਖ ਦੀਆਂ ਟਾਹਣੀਆਂ ਹਨ। ਭੋਪ ਪੱਤਰ ਰਸ ਭਰਿਆ। ਇਹ ਜਿੰਨੀਆਂ ਵੀ ਪੁਰੀਆਂ ਨੇ ਗੁਰਮੁਖੋ, ਇਹ ਸਾਰੀਆਂ ਸ਼ਾਖਾ ਨੇ। ਬ੍ਰਹਮਾਪੁਰੀ ਹੈ, ਵਿਸ਼ਨਪੁਰੀ ਹੈ, ਬੈਕੁੰਠ ਧਾਮ ਹੈ, ਇਹ ਸਾਰੀਆਂ ਸ਼ਾਖਾ ਇਸ ਦੀਆਂ ਹਨ। ਇਹ ਅੰਮ੍ਰਿਤ ਕੀ ਬਾੜੀ ਹੈ ਰੇ। ਇਸੇ ਤਰ੍ਹਾਂ ਉਸੇ ਪੰਕਤੀ ਨੂੰ ਫਿਰ ਬਖਸ਼ਿਸ਼ ਕਰਦੇ। ਪੁਹਪ ਪੱਤਰ ਰਸ ਭਰਿਆ। ਦੇਵੀ ਦੇਵਤੇ ਜਿਹੜੇ ਨੇ, ਇਹ ਪੁਹਪ ਫੁੱਲ ਲੱਗੇ ਹੋਏ ਨੇ, ਅਤੇ ਇਸੇ ਤਰ੍ਹਾਂ ਜੀਵਾਂ ਰੂਪੀ ਪੱਤਰੇ ਲੱਗੇ ਹੋਏ। ਇਸ ਤਰ੍ਹਾਂ ਉਹਦੀ ਚੇਤਨ ਸਤਾ ਦੇ ਨਾਲ ਸਾਰੇ ਰਸ ਦੇ ਭਰੇ ਹੋਏ, ਐਸੀ ਬਖਸ਼ਿਸ਼ ਹੋ ਰਹੀ ਹੈ। ਫਿਰ ਫਰਮਾਉਂਦੇ ਹਨ। ਭੋਪ ਪੱਤਰ ਰਸ ਭਰਿਆ। ਤਰਵਰ ਏਕ, ਕਹਿਣ ਲੱਗੇ ਬ੍ਰਹਮ ਰੂਪੀ ਇੱਕ ਬ੍ਰਿਸ਼ ਹੈ। ਤੇ ਅਨੰਤ ਏਕ, ਤਰਵਰ ਏਕ ਅਨੰਤ ਡਾਰ, ਪਰਮਾਤਮਾ ਇੱਕ ਬ੍ਰਿਸ਼ ਹੈ। ਤੇ ਅਨੰਤ ਈਸ਼ਵਰ ਡਾਰ ਕੀ ਉਸ ਦੇ ਟਾਹਣੇ ਹਨ। ਭੋਪ ਪੱਤਰ ਰਸ ਭਰਿਆ। ਇਹ ਕਹਿਣ ਲੱਗੇ ਇਸੇ ਤਰ੍ਹਾਂ ਤਿੰਨਾਂ ਗੁਣਾ, ਤਿੰਨ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਤਿੰਨ ਗੁਣਾ ਰੂਪੀ ਛੋਟੀਆਂ ਟਾਹਣੀਆਂ ਤੇ ਉਪਾਸ਼ਨਾ ਰੂਪੀ ਫੁੱਲ ਲੱਗੇ ਹੋਏ ਹਨ। ਇਹ ਅੰਮ੍ਰਿਤ ਕੀ ਬਾੜੀ ਹੈ ਰੇ। ਕੋਪ ਪੱਤਰ ਰਸ ਭਰਿਆ, ਕਰਮਾ ਰੂਪੀ ਪੱਤੇ ਅਤੇ ਇਸੇ ਤਰ੍ਹਾਂ ਗਿਆਨ ਰੂਪੀ ਰਸ ਦੇ ਨਾਲ ਭਰੇ ਹੋਏ, ਐਸੀ ਬਖਸ਼ਿਸ਼ ਹੋ ਰਹੀ ਹੈ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ। ਤਰਵਰ ਏਕ ਅਨੰਤ ਡਾਰ ਸ਼ਾਖਾ। ਗੁਰਮੁਖੋ ਤਰਵਰ ਕੀ ਹੈ? ਤਰਵਰ ਹੈ ਇਹ ਸਾਡਾ ਸਰੀਰ। ਸਾਡਾ ਸਰੀਰ ਵੀ ਇੱਕ ਰੁੱਖ ਦੇ ਵਾਂਗ ਹੈ। ਤੇ ਪਾਤਸ਼ਾਹ ਕਹਿਣ ਲੱਗੇ ਤਰਵਰ ਏਕ ਸ੍ਰੀ ਰੂਪੀ ਇੱਕ ਬ੍ਰਸ਼ ਹੈ। ਤੇ ਬੇਅੰਤ ਜਿਹੜੀਆਂ ਨਾੜੀਆਂ ਨੇ ਸਾਡੇ ਅੰਦਰ, ਇਹ ਇਹਦੀਆਂ ਸ਼ਾਖਾ ਨੇ। ਸਾਡਾ ਸਰੀਰ ਇੱਕ ਹੈ, ਪਰ ਇਹਦੇ ਵਿੱਚ ਨਿੱਕੀਆਂ ਨਿੱਕੀਆਂ, ਕਈ ਨਿੱਕੀਆਂ ਮੋਟੀਆਂ ਵੱਡੀਆਂ ਨਾੜੀਆਂ, ਇਹ ਇਸ ਦੀਆਂ ਸ਼ਾਖਾ ਹਨ। ਭੋਪ ਪੱਤਰ ਰਸ ਭਰਿਆ। ਅਤੇ ਇਸੇ ਤਰ੍ਹਾਂ ਜਿਹੜੇ ਮੋਟੇ ਹੱਡ ਨੇ, ਉਹ ਤੇ ਇਸ ਦੇ ਵੱਡੇ ਟਾਹਣ ਹਨ। ਤੇ ਜਿਹੜੇ ਛੋਟੇ ਹਨ, ਉਹ ਛੋਟੀਆਂ ਹੱਡੀਆਂ ਜਿਹੜੀਆਂ ਹਨ, ਉਹ ਇਹ ਸਰੀਰ ਦੀਆਂ ਛੋਟੀਆਂ ਟਾਹਣੀਆਂ ਹਨ। ਇਸੇ ਤਰ੍ਹਾਂ ਜਿਹੜਾ ਹਿਰਦਾ ਕਮਲ ਹੈ, ਉਹ ਇਸ ਵਿੱਚ ਫੁੱਲ ਲੱਗਾ ਹੋਇਆ ਹੈ। ਭੋਪ ਪੱਤਰ ਰਸ ਭਰਿਆ। ਅਤੇ ਇਸੇ ਤਰ੍ਹਾਂ ਜਿਹੜੇ ਖੱਟ ਚੱਕਰ ਹਨ ਸਰੀਰ ਦੇ ਅੰਦਰ, ਜੋਗੀ ਲੋਕ ਇਹਨਾਂ ਖੱਟ ਚੱਕਰਾਂ ਨੂੰ ਵਿੰਨ ਕੇ ਫਿਰ 10ਵੇਂ ਦੁਆਰ ਦੀ ਪ੍ਰਾਪਤੀ ਕਰਦੇ। ਕਹਿਣ ਲੱਗੇ ਉਹ ਜਿਹੜੇ 6 ਚੱਕਰ ਨੇ, ਉਹ ਪੱਤੇ ਹਨ ਤੇ ਪ੍ਰਾਣਾ ਰੂਪੀ ਰਸ ਦੇ ਨਾਲ ਭਰੇ ਹੋਏ ਹਨ। ਇਹ ਅੰਮ੍ਰਿਤ ਕੀ ਬਾੜੀ ਹੈ ਰੇ। ਪਾਤਸ਼ਾਹ ਕਹਿਣ ਲੱਗੇ ਭਾਈ, ਗਿਆਨਵਾਨਾਂ ਦੀ ਦ੍ਰਿਸ਼ਟੀ ਵਿੱਚ ਇਹ ਸੰਸਾਰ ਜਿਹੜਾ ਅੰਮ੍ਰਿਤ ਦੀ ਬਾੜੀ ਹੈ, ਅੰਮ੍ਰਿਤ ਦੀ ਬਗੀਚੀ ਹੈ। ਤਿੰਨ ਹਰ ਪੂਰੇ ਕਰਿਆ। ਤੇ ਉਸ ਪਰਮਾਤਮਾ ਨੇ ਹੀ ਇਸ ਸੰਸਾਰ ਨੂੰ ਪੈਦਾ ਕੀਤਾ ਹੈ। ਤਿੰਨ ਹਰ, ਉਸ ਹਰੀ ਹਰ ਪਰਮਾਤਮਾ ਨੇ ਪੂਰੇ ਕਰਿਆ, ਇਸ ਸੰਸਾਰ ਨੂੰ ਪੂਰਾ ਬਣਾ ਕੇ ਪੈਦਾ ਕੀਤਾ ਹੈ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਵੀਰ ਸਾਹਿਬ ਜੀ ਕਹਿਣ ਲੱਗੇ, ਇਹ ਭਾਈ ਜਿਹੜਾ ਜਾਣਨੇ ਯੋਗ ਪਰਮਾਤਮਾ ਹੈ, ਉਹਦੀ ਕਹਾਣੀ ਨੂੰ, ਕਥਾ ਨੂੰ ਮੈਂ ਜਾਣਿਆ ਹੈ। ਜਾਨੀ ਜਾਨੀ ਰੇ, ਜਿਹੜਾ ਜਾਣਨੇ ਯੋਗ ਹੈ ਪਰਮਾਤਮਾ, ਉਹਦੀ ਕਹਾਣੀ ਜਿਹੜੀ ਕਥਾ ਹੈ, ਉਸ ਨੂੰ ਮੈਂ ਜਾਣ ਲਿਆ ਹੈ, ਮੈਂ ਜਾਣ ਲਿਆ ਹੈ। ਫਿਰ ਫਰਮਾਉਂਦੇ ਹਨ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਜਾਨੀ ਕਹਿੰਦੇ ਗੁਰਮੁਖੋ ਪਿਆਰੇ ਨੂੰ, ਜੋ ਪਿਆਰਾ ਪਰਮਾਤਮਾ ਹੈ। ਰਾਮ ਪਿਆਰਾ, ਰਾਮ ਗੁਰਬਾਣੀ ਦਾ ਬਚਨ ਹੈ ਨਾ, ਉਹ ਰਾਮ ਭਾਈ ਬੜਾ ਪਿਆਰਾ ਹੈ। ਉਸ ਪਿਆਰੇ ਪਰਮਾਤਮਾ ਦੀ ਕਹਾਣੀ ਜਿਹੜੀ ਹੈ, ਉਸ ਨੂੰ ਮੈਂ ਜਾਨੀ ਕੀਏ ਜਾਣਿਆ ਹੈ। ਅੰਤਰ ਜੋਤ ਰਾਮ ਪ੍ਰਗਾਸਾ। ਉਹ ਜਿਹੜਾ ਰਾਮ ਹੈ ਭਾਈ, ਸਾਰਿਆਂ ਦੇ ਅੰਦਰ ਪ੍ਰਕਾਸ਼ ਕਰ ਰਿਹਾ ਹੈ। ਗੁਰਮੁਖ ਬਿਰਲਾ ਜਾਨੀ। ਪਰ ਇਸ ਗੱਲ ਨੂੰ ਕਿਸੇ ਵਿਰਲੇ ਗੁਰਮੁਖ ਨੇ ਹੀ ਜਾਣਿਆ ਹੈ, ਕਿਸੇ ਵਿਰਲੇ ਗੁਰਮੁਖ ਨੂੰ ਪਤਾ ਲੱਗਾ ਹੈ। ਰਹਾਉ ਭਵਰ ਏਕ ਪੋਪ ਰਸ ਬੀਦਾ, 12 ਲੈ ਉਰ ਧਰਿਆ। ਪਾਤਸ਼ਾਹ ਕਹਿਣ ਲੱਗੇ ਏਕ ਤੋਂ ਭਾਵ ਹੈ ਇੱਕ ਅੱਧਾ ਹੀ ਕੋਈ ਵਿਅਕਤੀ ਇਹੋ ਜਿਹਾ ਹੈ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਵਿਰਲਾ ਹੀ ਕੋਈ ਜਗਿਆਸੂ ਰੂਪੀ ਭਵਰ ਕਹੀਏ, ਭੌਰਾ ਹੈ। ਕੋਈ ਇੱਕ ਅੱਧਾ ਹੀ ਜਗਿਆਸੂ ਰੂਪੀ ਭੌਰਾ ਹੈ, ਜਿਸ ਨੇ ਪੋਹਪ ਰਸ, ਫੁੱਲਾਂ ਦੇ ਰਸ ਭਾਵ ਚੇਤਨ ਸਤਾ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਵਿਦਾ ਕਹੀਏ ਮਿਲਿਆ, ਕੋਈ ਇੱਕ ਅੱਧਾ ਹੀ ਜਗਿਆਸੂ ਹੈ।
ਜਿਸਨੇ ਚੇਤਨ ਸਤਾ ਦੇ ਆਨੰਦ ਨੂੰ ਪ੍ਰਾਪਤ ਕਰਕੇ ਉਸ ਵਿੱਚ ਮਿਲਣਾ ਕੀਤਾ ਹੈ। ਬਾਹਰਾਲੇ ਉਰ ਧਰਿਆ ਅਤੇ ਜਿਸਨੇ ਪਹਿਲੇ 12 ਅੱਖਰ ਕਿਹੜੇ ਨੇ? ਓਮ ਨਮੋ ਭਗਵਤੇ ਵਾਸੁਦੇਵਾ। ਇਹ 12 ਅੱਖਰ ਨੇ, ਕੋਈ ਵਿਰਲਾ ਹੀ ਹੈ ਜਗਿਆਸੂ ਜਿਸਨੇ ਇਹਨੇ 12 ਅੱਖਰਾਂ ਦਾ ਜਾਪ ਕੀਤਾ ਹੈ। 12 ਅੱਖਰ ਕਿਹੜੇ ਨੇ? ਓਮ ਨਮੋ ਭਗਵਤੇ ਵਾਸੁਦੇਵਾ। ਇਹਨਾਂ 12 ਅੱਖਰਾਂ ਦਾ ਕੋਈ ਜਾਪ ਕਰਦਾ ਹੈ। ਸੋਰੈ ਮਦੇ ਪਵਨ ਝਕੋਰਿਆ। ਇਸੇ ਤਰ੍ਹਾਂ ਕਿਸੇ ਨੇ 16 ਅੱਖਰਾਂ ਦੇ ਨਾਮ ਨੂੰ ਜਪਿਆ ਹੈ। 16 ਅੱਖਰ ਕਿਹੜੇ ਨੇ? ਹਰੇ ਰਾਮ 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 ਹਰੇ ਹਰੇ। ਇਹ 16 ਅੱਖਰ ਨੇ। ਹਿੰਦੂ ਲੋਕ ਇਹਨਾਂ ਦਾ ਜਿਹੜਾ ਇਹਨਾਂ ਮੰਤਰਾਂ ਦਾ ਜਾਪ ਕਰਦੇ, ਹਰੇ ਰਾਮ 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 ਹਰੇ ਹਰੇ, ਇਹ 16 ਅੱਖਰਾਂ ਦਾ ਜਾਪ ਕਰਦੇ। ਜਾਂ ਇਸੇ ਤਰ੍ਹਾਂ 16 ਅੱਖਰ ਹੋਰ ਵੀ ਕਹਿ ਜਾਂਦੇ ਨੇ, ਹਰੇ ਕ੍ਰਿਸ਼ਨ 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 ਹਰੇ ਹਰੇ। ਇਸ ਤਰ੍ਹਾਂ ਇਹ 16 ਅੱਖਰ ਵੀ ਜਿਹੜੇ ਨੇ ਵਿਦਵਾਨਾਂ ਨੇ ਲਿਖੇ ਨੇ ਵੀ ਜਿਹੜੇ ਹਿੰਦੂ ਮਤ ਨੂੰ ਮੰਨਣ ਵਾਲੇ ਨੇ ਉਹ ਇਹਨਾਂ ਮੰਤਰਾਂ ਦਾ ਜਾਪ ਕਰਦੇ। ਹਰੇ ਰਾਮ 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 ਹਰੇ ਹਰੇ, ਜਾਂ ਫਿਰ ਹਰੇ ਕ੍ਰਿਸ਼ਨ 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 ਹਰੇ ਹਰੇ। ਇਹਨਾਂ 16 ਅੱਖਰਾਂ ਦੇ ਜਾਪ ਨੂੰ ਕਰਦੇ ਹਨ। ਸੋ ਕਹਿਣ ਲੱਗੇ, ਫਰਮਾਉਂਦੇ ਹਨ, ਆਕਾਸੇ ਫਰ ਫਰਿਆ। ਇਹ ਕਹਿਣ ਲੱਗੇ ਵੀ ਇਸ ਤਰ੍ਹਾਂ ਪਵਨ ਝਕੋਰਿਆ, ਸਵਾਸਾਂ ਨੂੰ ਝਕੋਰਿਆ ਕਹੀਏ ਤਦਾਕਾਰ ਕੀਤਾ ਵੀ ਹਰੇਕ ਸਵਾਸ ਦੇ ਨਾਲ ਕੋਈ ਰਾਮ ਰਾਮ ਕਰਦਾ ਹੈ, ਕੋਈ ਕ੍ਰਿਸ਼ਨ ਕ੍ਰਿਸ਼ਨ ਕਰਦਾ ਹੈ। ਇਸ ਤਰ੍ਹਾਂ 16 ਮਦੇ ਪਵਨ ਝਕੋਰਿਆ। ਇਹਨਾਂ 16 ਅੱਖਰਾਂ ਦੇ ਉਪਦੇਸ਼ ਦੇ ਵਿੱਚ ਪਵਨ ਝਕੋਰਿਆ, ਸਵਾਸ ਸਵਾਸ ਕਹਿੰਦੇ ਵੀ ਉਹਨਾਂ ਨੇ ਨਾਮ ਨੂੰ ਜਪਣਾ ਕੀਤਾ ਹੈ। ਆਕਾਸੇ ਫਰ ਫਰਿਆ। ਅਤੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਚੇਤਨ ਦੇਵ ਰੂਪੀ ਫਰ ਫਰਿਆ ਫਲ ਪ੍ਰਾਪਤ ਕੀਤਾ ਹੈ। ਫਿਰ ਇਸੇ ਭਗਤੀ ਨੂੰ ਫਰਮਾਉਂਦੇ ਹਨ, ਸੋਰੈ ਮਦੇ ਪਵਨ ਝਕੋਰਿਆ। ਮਹਾਰਾਜ ਕਹਿਣ ਲੱਗੇ, ਭਾਈ ਬਚਨੇ ਆ ਗੁਰਮੁਖੋ ਭਵਰ ਏਕ ਪੋਪ ਰਸ ਬੀਧਾ। ਇੱਕ ਅੱਧਾ ਹੀ ਭਾਵ ਕੋਈ ਵਿਰਲਾ ਜਗਿਆਸੂ ਭੌਰਾ ਹੈ ਜਿਸਨੇ ਪੋਹ ਰਸ ਫੁੱਲਾਂ ਦੇ ਰਸ ਭਾਵ ਚੇਤਨ ਦੇਵ ਦੇ ਆਨੰਦ ਵਿੱਚ ਤਦਾਕਾਰ ਹੋਣਾ ਕੀਤਾ ਹੈ। ਬਾਹਰਾਲੇ ਉਰ ਧਰਿਆ। ਗੁਰਮੁਖੋ 12 ਅੱਖਰਾਂ ਦਾ ਉਸਨੇ ਜਾਪ ਕੀਤਾ ਹੈ। ਹੁਣ ਗੁਰਮਤਿ ਵਿੱਚ 12 ਅੱਖਰ ਕਿਹੜੇ ਨੇ? ਪਹਿਲਾਂ ਤੇ ਆਪਾਂ ਹਿੰਦੂ ਮਤ ਦੇ ਮੁਤਾਬਕ 12 ਅੱਖਰਾਂ ਨੂੰ ਵੇਖਿਆ ਨਾ ਕਿ ਓਮ ਨਮੋ ਭਗਵਤੇ ਵਾਸੁਦੇਵਾ, ਇਹ 12 ਅੱਖਰ। ਹੁਣ ਗੁਰਮਤਿ ਦੇ 12 ਅੱਖਰ ਇਹ ਨੇ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਹ ਗੁਰਮਤਿ ਦੇ 12 ਅੱਖਰ ਨੇ। ਵੀ ਕੋਈ ਵਿਰਲਾ ਗੁਰਮੁਖ ਹੀ ਹੈ ਜਿਸ ਨੇ ਇਹ 12 ਅੱਖਰਾਂ ਦਾ ਜਾਪ ਕੀਤਾ। ਇੱਕ ਓੰਕਾਰ, ਇਹ 2 ਅੱਖਰ ਬਣ ਗਏ, ਤੇ ਸਤਨਾਮ ਇਹ 4 ਅੱਖਰ ਅੱਗੇ ਹੋਰ ਨੇ, 6 ਬਣ ਗਏ, ਤੇ ਗੁਰ ਪ੍ਰਸਾਦ ਇਹ 6 ਅੱਖਰ ਅੱਗੇ ਹੋਰ ਨੇ। ਇਸ ਤਰ੍ਹਾਂ 12 ਅੱਖਰਾਂ ਦਾ ਜਾਪ ਗੁਰਮੁਖਾਂ ਨੇ ਕੀਤਾ ਹੈ। ਸੋਰੇ ਮਦੇ ਪਵਨ ਝਕੋਰਿਆ। ਇਸ ਤਰ੍ਹਾਂ ਗੁਰਮੁਖਾਂ ਨੇ ਫਿਰ ਅੱਗੇ 16 ਅੱਖਰਾਂ ਦਾ ਜਾਪ ਹੈ। ਜੋ 16 ਅੱਖਰਾਂ ਦਾ ਜਾਪ ਕੀ ਹੈ? ਆਕਾਰ ਉਕਾਰ ਮਕਾਰ ਤੇ ਅਰਧ ਬਿੰਦ, ਇਹਨਾਂ ਨੂੰ ਇਕੱਠਾ ਕਰ ਦਈਏ ਤੇ ਗੁਰਮੁਖੋਂ ਬਣਦਾ ਹੈ ਓੰਕਾਰ। ਇਹ 4 ਅੱਖਰ ਨੇ। 4 ਅੱਖਰਾਂ ਦੇ ਨਾਲ ਫਿਰ ਗੁਰਮੁਖਾਂ ਨੇ ਅੱਗੇ ਜਿਹੜੇ ਅੱਖਰ ਨੇ ਉਹ ਹੈ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ 16 ਫਿਰ ਅੱਗੇ ਸ਼ਬਦ ਜਿਹੜੇ ਨੇ ਪੂਰੇ ਹੋ ਜਾਂਦੇ ਵੀ ਗੁਰਮੁਖਾਂ ਨੇ ਇਹਦਾ ਜਾਪ ਕੀਤਾ ਹੈ। ਓੰਕਾਰ ਨੂੰ 4 ਅੱਖਰ ਲੈ ਲੈਣੇ, ਬਾਕੀ ਜਿਹੜੇ ਅੱਖਰ ਨੇ ਜਿਹੜਾ 7 ਲਿਖਿਆ ਉਹਨੂੰ 1 ਮੰਨਣਾ ਹੈ, ਨਾਮ 6ਵਾਂ ਹੈ, ਕਰਤਾ 7ਵਾਂ ਹੈ, ਪੁਰਖ 8ਵਾਂ ਹੈ, ਨਿਰਭਉ ਜਿਹੜਾ ਹੈ ਉਹ 9ਵਾਂ ਹੈ, ਅਤੇ ਨਿਰਵੈਰ ਜਿਹੜਾ ਉਹ 10ਵਾਂ ਹੈ, ਅਕਾਲ 11ਵਾਂ ਹੈ, ਅਤੇ ਮੂਰਤ 12ਵਾਂ ਹੈ, ਅਤੇ ਇਸੇ ਤਰ੍ਹਾਂ ਅਜੂਨੀ 13ਵਾਂ ਹੈ, ਸੈਭੰ 14ਵਾਂ ਹੈ, ਤੇ ਗੁਰ 15ਵਾਂ ਹੈ, ਤੇ ਪ੍ਰਸਾਦ 16ਵਾਂ ਹੈ। ਇਸ ਤਰ੍ਹਾਂ ਇਹ 16 ਅੱਖਰ ਬਣਦੇ ਨੇ। ਵੀ ਕਿਸੇ ਵਿਰਲੇ ਗੁਰਮੁਖ ਨੇ ਹੀ ਇਹ ਮੂਲ ਮੰਤਰ ਦਾ ਜਾਪ ਕੀਤਾ ਹੈ। ਮੂਲ ਮੰਤਰ ਹੀ ਹੋ ਗਿਆ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਿਸ ਨੂੰ ਮਹਾਂ ਮੰਤਰ ਵੀ ਆਖਿਆ ਜਾਂਦਾ ਹੈ। ਕੋਈ ਵਿਰਲੇ ਗੁਰਮੁਖ ਇਸ ਦਾ ਜਾਪ ਕਰਦੇ ਸਵਾਸਾਂ ਦੇ ਨਾਲ। ਆਕਾਸੇ ਫਰ ਫਰਿਆ। ਉਹਨਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਚੇਤਨ ਦੇਵ ਰੂਪੀ ਫਲ ਜਿਹੜਾ ਉਹ ਫਲਿਆ ਹੈ, ਭਾਵ ਕੇ ਪ੍ਰਾਪਤ ਹੋਇਆ ਹੈ। ਫਿਰ ਬਖਸ਼ਦੇ ਹਨ, ਭਵਰ ਏਕ ਪੋਪ ਰਸ ਬੀਦਾ। 12 ਲੈ ਉਰ ਧਰਿਆ। 12 ਵੇਰ ਓੰਗ ਸੋਹੰਗ ਦਾ ਮੰਤਰ ਦਾ ਜਾਪ ਕਰਦੇ ਜਿਹੜੇ ਜੋਗੀ ਨੇ ਨਾ, ਆਪਣੇ ਸਵਾਸਾਂ ਨੂੰ 10ਵੇਂ ਦਵਾਰ ਵਿੱਚ ਚੜਾਉਣ ਵਾਸਤੇ ਨਾ
ਜਿਹੜੇ ਜੋਗੀ ਨੇ ਉਹ 12 ਵਾਰੀ ਜਾਪ ਕਰਦੇ ਓੰ ਸੋਹੰ ਕਰਕੇ, ਇਸ ਤਰ੍ਹਾਂ ਆਪਣੇ ਪ੍ਰਾਣਾਂ ਨੂੰ 10ਵੇਂ ਦਵਾਰ ਦੇ ਵਿੱਚ ਟਿਕਾਉਂਦੇ ਹਨ। ਸੋਰੈ ਮਦੇ ਪਵਨ ਝਕੋਰਿਆ। ਫਿਰ 16 ਵਾਲੀ ਜੋਗੀ ਜਾਪ ਕਰਦੇ ਨੇ ਓੰ ਸੋਹੰ ਦਾ, ਤੇ ਆਪਣੇ ਪ੍ਰਾਣਾਂ ਨੂੰ ਫਿਰ 10ਵੇਂ ਦਵਾਰ ਦੇ ਵਿੱਚ ਟਿਕਾ ਦਿੰਦੇ। ਪਹਿਲਾਂ ਚੜਾਉਂਦੇ ਨੇ, ਫਿਰ ਟਿਕਾ ਦਿੰਦੇ, ਤਦਾਕਾਰ ਕਰ ਦਿੰਦੇ ਹਨ। ਆਕਾਸੇ ਫਰ ਫਰਿਆ। ਤੇ ਆਕਾਸੇ ਚਿਦਾਕਾਸ ਰੂਪੀ ਜਿਹੜਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਪਵਰ ਏਕ ਪੋਪ ਰਸ ਬੀਦਾ। 12 ਲੈ ਉਰ ਧਰਿਆ। ਪਾਤਸ਼ਾਹ ਜੀ ਇਸ ਪੰਕਤੀ ਨੂੰ ਹੀ ਫਰਮਾਉਂਦੇ ਪਏ ਨੇ, ਕਹਿਣ ਲੱਗੇ 12 ਲੈ ਉਰ ਧਰਿਆ। 12 ਪੰਖੜੀਆਂ ਵਾਲਾ ਜੋ ਹਿਰਦਾ ਕਮਲ ਹੈ, ਉਸ ਨੂੰ ਪਹਿਲੇ ਉਸ ਦੇ ਵਿੱਚ ਗੁਰਮੁਖਾਂ ਨੇ ਪ੍ਰਾਣਾਂ ਨੂੰ ਧਾਰਨ ਕੀਤਾ ਹੈ। ਸੋਰੈ ਮਦੇ ਪਵਨ ਝਕੋਰਿਆ। ਫਿਰ 16 ਪੰਖੜੀਆਂ ਵਾਲੇ 10ਵੇਂ ਦਵਾਰ ਦੇ ਵਿੱਚ ਆਪਣੇ ਪ੍ਰਾਣਾਂ ਨੂੰ ਝਕੋੜਿਆ ਕਹੀਏ ਚੜਾਉਣਾ ਕੀਤਾ ਹੈ। ਆਕਾਸੇ ਫਰ ਫਰਿਆ। ਚਿਦਾ ਆਕਾਸ਼ ਰੂਪੀ ਜਿਹੜਾ ਫਲ ਹੈ ਉਹਨਾਂ ਗੁਰਮੁਖਾਂ ਦੇ ਅੰਦਰ ਫਲਿਆ ਹੈ। ਫਿਰ ਫਰਮਾਉਂਦੇ ਹਨ, 12 ਲੈ ਉਰ ਧਰਿਆ। ਸੋ ਉਸ ਤਰ੍ਹਾਂ ਗੁਰਮੁਖੋ ਬਚਨ ਇਹ ਹੈ, 12 ਲੈ ਉਰ ਧਰਿਆ। 10 ਇੰਦਰੀਆਂ ਨੇ, 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ। 5 ਤੇ 5 10। 11ਵਾਂ ਹੈ ਮਨ ਅਤੇ 12ਵੀਂ ਹੈ ਬੁੱਧੀ। ਇਹ ਜਿਹੜੇ 12 ਹਨ, ਜਿਸ ਨੇ ਗੁਰਮੁਖਾਂ ਨੇ ਹਿਰਦੇ ਵਿੱਚ ਇਹਨਾਂ ਨੂੰ ਆਪਣੇ ਵਸ ਕਰ ਲਿਆ ਹੈ। ਜਿਨ੍ਹਾਂ ਗੁਰਮੁਖਾਂ ਨੇ 5 ਗਿਆਨ ਇੰਦਰੀਆਂ ਨੂੰ ਵਸ ਕਰ ਲਿਆ ਹੈ, ਜਿਨ੍ਹਾਂ ਨੇ 5 ਕਰਮ ਇੰਦਰੀਆਂ ਨੂੰ ਵਸ ਕਰ ਲਿਆ ਹੈ, ਜਿਨ੍ਹਾਂ ਨੇ ਮਨ ਨੂੰ ਵਸ ਕਰ ਲਿਆ ਹੈ, ਜਿਨ੍ਹਾਂ ਨੇ ਬੁੱਧੀ ਨੂੰ ਵਸ ਕਰ ਲਿਆ ਹੈ, ਇਹ 12 ਗੁਣ ਜਿਨ੍ਹਾਂ ਗੁਰਮੁਖਾਂ ਨੇ ਧਾਰਨ ਕੀਤੇ ਹਨ, ਬਖਸ਼ਦੇ ਹਨ। ਸੋਰੈ ਮਦੇ ਪਵਨ ਝਕੋਰਿਆ। ਤੇ ਗੁਰਮੁਖੋ 16 ਕੀ ਹੈ? 5 ਜਿਹੜੇ ਹਨ, ਸਤ, ਸੰਤੋਖ, ਧੀਰਜ, ਧਰਮ ਤੇ ਵਿਚਾਰ। ਇਹ ਜਿਹੜੇ 5 ਸ਼ੁਭ ਗੁਣ ਉਹਨਾਂ ਨੇ ਧਾਰਨ ਕਰ ਲਏ, ਤੇ 5 ਤੱਤਾਂ ਦੀ ਜਿਹੜੀ ਰਹਿਣੀ ਉਹਨਾਂ ਨੇ ਪ੍ਰਾਪਤ ਕਰ ਲਈ, ਅਸੰਗਤਾ। ਅਸੰਗਤਾ ਤੋਂ ਭਾਵ ਹੈ ਸਾਰਿਆਂ ਵਿੱਚ ਰਹਿ ਕੇ ਤੇ ਨਿਰਲੇਪ ਰਹਿਣਾ। ਇਹ 6ਵਾਂ ਗੁਣ ਉਹਨਾਂ ਨੇ ਧਾਰਨ ਕੀਤਾ ਹੈ। ਸਮਤਾ, ਸਾਰਿਆਂ ਵਿੱਚ ਬਰਾਬਰ ਪਰਮਾਤਮਾ ਨੂੰ ਵੇਖਣਾ, ਸਾਰਿਆਂ ਨੂੰ ਬਰਾਬਰ ਰੱਬ ਦਾ ਰੂਪ ਜਾਣਨਾ, ਇਹ 7ਵਾਂ ਗੁਣ ਹੈ। ਪ੍ਰਕਾਸ਼ਤਾ, ਸਾਰਿਆਂ ਵਿੱਚ ਪਰਮਾਤਮਾ ਹੈ, ਇਹ ਉਸ ਦੀ ਹੋਂਦ ਨੂੰ ਜਾਣਨਾ ਹੈ। 8ਵਾਂ ਹੈ ਸੀਤਲਤਾਈ, ਕਿ ਹਰ ਵੇਲੇ ਮਨ ਵਿੱਚ ਸ਼ਾਂਤੀ ਰੱਖਣੀ, ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਜਾਣ ਕੇ। ਅਤੇ 9ਵਾਂ ਹੈ ਧੀਰਜਤਾਈ ਰੱਖਣੀ, ਧੀਰਜ ਦੇ ਸਹਿਤ ਰਹਿਣਾ। ਸੋ ਇਹ ਜਿਹੜੇ ਗੁਣ ਹਨ ਉਹਨਾਂ ਗੁਰਮੁਖਾਂ ਨੇ ਧਾਰਨ ਕੀਤੇ ਹਨ। ਅਤੇ ਇਸੇ ਤਰ੍ਹਾਂ 4 ਸਾਧਨ ਨੇ ਗੁਰਮੁਖੋ, ਵੈਰਾਗ ਹੈ, ਵਿਵੇਕ ਹੈ, ਖਟ, ਸੰਮਤੀ ਤੇ ਮੂਕ ਇੱਛਾ। ਇਹਨਾਂ ਦੀ ਗਿਣਤੀ ਕਰੀਏ ਤੇ ਇਹ 16 ਦੀ ਗਿਣਤੀ ਬਣਦੀ ਹੈ। ਇਸ ਤਰ੍ਹਾਂ ਉਹਨਾਂ ਗੁਰਮੁਖਾਂ ਨੇ ਇਹਨਾਂ 16 ਦੀ ਪ੍ਰਾਪਤੀ ਵਾਸਤੇ ਆਪਣੇ ਸਵਾਸ ਨਾਮ ਨੂੰ ਜਪਿਆ ਹੈ। ਤੇ ਜਿਨ੍ਹਾਂ ਨੇ ਸਵਾਸ ਨਾਮ ਜਪਿਆ, ਉਹਨਾਂ ਨੇ ਆਪਣੇ ਹਿਰਦੇ ਵਿੱਚ ਇਹ ਗੁਣ ਪ੍ਰਾਪਤ ਕਰਕੇ ਆਪਣੇ ਮਨ ਨੂੰ ਅੰਤਰਮੁਖ ਕਰ ਲਿਆ ਹੈ, ਆਪਣੀ ਬਿਰਤੀ ਨੂੰ ਅੰਦਰ ਹੀ ਟਿਕਾ ਲਿਆ ਹੈ। ਉਹਨਾਂ ਦਾ ਮਨ ਕਿਤੇ ਬਾਹਰ ਨਹੀਂ ਭੜਕਦਾ ਹੈ। ਆਕਾਸੇ ਫਰ ਫਰਿਆ। ਇਸ ਤਰ੍ਹਾਂ ਗੁਰਮੁਖ ਜਿਹੜੇ ਨੇ ਚੇਤਨ ਦੇਵ ਰੂਪੀ ਜਿਹੜਾ ਆਕਾਸ਼ ਹੈ, ਫਲ ਫਲਿਆ, ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਫਿਰ ਫਰਮਾਉਂਦੇ ਹਨ, ਪਵਰ ਏਕ ਪੋਪ ਰਸ ਬੀਦਾ। ਬਾਹਰ ਲੈ ਉਰ ਧਰਿਆ। ਇਹ ਜਿਹੜਾ ਮਨ ਬਾਹਰ ਨੂੰ ਜਾਂਦਾ ਸੀ ਨਾ, ਗੁਰਮੁਖਾਂ ਨੇ ਲੈ ਕੇ ਇਸ ਨੂੰ ਅੰਦਰ ਰੱਖ ਲਿਆ ਹੈ। ਸਾਡਾ ਮਨ ਹਰ ਵੇਲੇ ਬਾਹਰ ਨੂੰ ਭਜਦਾ ਨਾ, ਪਰ ਗੁਰਮੁਖਾਂ ਨੇ ਬਾਹਰ ਜਾਂਦੇ ਹੋਏ ਮਨ ਨੂੰ ਲੈ ਕੇ ਹਿਰਦੇ ਵਿੱਚ ਧਾਰਨ ਕਰ ਲਿਆ, ਅੰਤਰਮੁਖ ਕੀਤਾ ਹੈ। ਸੋਰੈ ਮਦੇ ਪਵਨ ਝਕੋਰਿਆ। ਸੋਰਹ ਮਦੇ, ਸੋਰਹ ਕੀ ਹੈ? ਜੋ ਪਰਮਾਤਮਾ, ਉਸ ਪਰਮਾਤਮਾ ਦੇ ਨਾਮ ਨੂੰ ਗੁਰਮੁਖਾਂ ਨੇ ਸਵਾਸ ਜਪਿਆ ਹੈ। ਹਰੇਕ ਸਵਾਸ ਵਿੱਚ ਨਾਮ ਨੂੰ ਮਿਲਾਇਆ ਹੈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਸਵਾਸ ਨਾਮ ਨੂੰ ਜਪਿਆ ਹੈ। ਆਕਾਸੇ ਫਰ ਫਰਿਆ। ਤੇ ਕਹਿਣ ਲੱਗੇ ਉਹ ਜਿਹੜਾ ਚੇਤਨ ਦੇਵ ਰੂਪੀ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਸੋ ਰਹਿ, ਉਹ ਜਿਹੜੇ ਪੁਰਸ਼ ਨੇ ਸੋ ਰਹਿ, ਉਹ ਜਨਮ ਮਰਨ ਤੋਂ ਰਹਿਤ ਹੋ ਗਏ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਸਹਿਜ ਸੁਨ ਇੱਕ ਬਿਰਵਾ ਉਪਜਿਆ। ਕਬੀਰ ਸਾਹਿਬ ਜੀ ਕਹਿਣ ਲੱਗੇ, ਸਹਿਜ ਸੁਭਾਵਕ ਹੀ ਇੱਕ ਅਫੁਰ ਸਰੂਪ ਪਰਮਾਤਮਾ ਨੇ ਬਿਰਵਾ ਕਹੀਏ ਉਪਜਿਆ। ਇਹ ਬ੍ਰਿਛ, ਸੰਸਾਰ ਰੂਪੀ ਬ੍ਰਿਛ ਜਿਹੜਾ ਪੈਦਾ ਕੀਤਾ ਹੈ। ਧਰਤੀ ਜਲ ਹਰ ਸੋਖਿਆ। ਇਹ ਕਹਿਣ ਲੱਗੇ ਇਸੇ ਤਰ੍ਹਾਂ ਉਸ ਪਰਮਾਤਮਾ ਨੇ, ਅਫੁਰ ਪਰਮਾਤਮਾ ਨੇ ਬਿਰਵਾ ਕਹੀਏ ਉਪਜਿਆ ਹੋਇਆ ਜਿਹੜਾ ਬ੍ਰਿਛ ਹੈ। ਪਰਮਾਤਮਾ ਵੀ ਇੱਕ ਬ੍ਰਿਛ ਵਰਣਨ ਕੀਤਾ ਹੈ ਤੇ ਸੰਸਾਰ ਨੂੰ ਵੀ ਇੱਕ ਬ੍ਰਿਛ ਵਰਣਨ ਕੀਤਾ ਹੈ। ਸੋ ਕਹਿਣ ਲੱਗੇ ਧਰਤੀ ਜਲ ਹਰ ਸੋਕਿਆ। ਅਧਿਕਾਰੀ ਪੁਰਸ਼ ਦੀ ਜਿਹੜੀ ਬੁੱਧੀ ਰੂਪੀ ਧਰਤੀ ਹੈ, ਉਸ ਦੇ ਵਿੱਚ ਅਨੇਕ ਪਦਾਰਥਾਂ ਦੀ ਜਿਹੜੀ ਵਾਸ਼ਨਾ ਹੋਣੀ ਹੈ, ਇਹ ਸੋਖਿਆ, ਇਹ ਜਲ ਸੁੱਕ ਗਿਆ ਹੈ। ਐਸੀ ਪਰਮਾਤਮਾ ਨੇ ਕਿਰਪਾ ਕੀਤੀ ਹੈ।
ਕਿ ਅਨੇਕ ਤਰ੍ਹਾਂ ਦੀਆਂ ਵਾਸ਼ਨਾਵਾਂ ਉਹਨਾਂ ਗੁਰਮੁਖਾਂ ਦੀਆਂ ਮੁੱਕ ਜਾਂਦੀਆਂ ਹਨ। ਕਹਿ ਕਬੀਰ ਹਉ ਤਾਂ ਕਾ ਸੇਵਕ। ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਅਸੀਂ ਤੇ ਉਸ ਪ੍ਰਮਾਤਮਾ ਦੇ ਸੇਵਕ ਹਾਂ ਜਿਨੇ ਹੋ ਬਿਰਵਾ ਦੇਖਿਆ। ਜਿਸਨੇ ਪ੍ਰਮਾਤਮਾ ਰੂਪੀ ਬਿਰਵਾ ਕੀਏ ਬ੍ਰਿਸ਼ ਵੇਖਿਆ ਹੈ, ਜਿਸਨੇ ਪ੍ਰਮਾਤਮਾ ਰੂਪੀ ਬ੍ਰਿਸ਼ ਨੂੰ ਵੇਖ ਲਿਆ ਹੈ, ਅਸੀਂ ਉਸ ਪ੍ਰਮਾਤਮਾ ਦੇ ਸੇਵਕ ਹਾਂ। ਉਹ ਪ੍ਰਮਾਤਮਾ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ। ਇਹ ਅੰਮ੍ਰਿਤ ਵੇਲੇ ਦਾ ਉਪਦੇਸ਼ ਕਬੀਰ ਸਾਹਿਬ ਜੀਆਂ ਨੇ ਬਖਸ਼ਿਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੁਖਿਆ। ਕਹਿ ਕਬੀਰ ਹਉ ਤਾਂ ਕਾ ਸੇਵਕ, ਜਿਨੇ ਹੋ ਬਿਰਵਾ ਦੇਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ